ਪੰਜਾਬੀ ਅਕਸਰ ਕਹਿੰਦੇ ਨੇ ਜੇ ਪੱਥਰੀ ਹੋਊਗੀ ਤੁਹਾਡੇ ਗੁਰਦੇ ਦੇ ਵਿੱਚ ਤਾਂ ਖਾਰਾ ਪੀਣਾ ਸ਼ੁਰੂ ਕਰ ਦਿਓ। ਲੈਣ ਹੀ ਲਾ ਦਿੰਦੇ ਨੇ ਖਾਰਿਆਂ ਦੀ ਘਰੇ ਪਾ ਕੇ। ਪਰ ਕੀ ਉਹ ਚੀਜ਼ ਅਸਲ ਦੇ ਵਿੱਚ ਖਾਰਾ ਜਿਹੜਾ ਪੀਨੇ ਆਪਾਂ ਉਹ ਪੱਥਰੀ ਨੂੰ ਖਾਰਦੀ ਹੈ ਜਾਂ ਕੁਝ ਹੋਰ ਹੀ ਖਾਰੀ ਜਾਂਦੀ ਹੈ? ਕਿਸੇ ਦੇ ਮੰਨ ਲਓ ਪੱਥਰੀ ਹੋ ਗਈ ਗੁਰਦਿਆਂ ਦੇ ਵਿੱਚ, ਕਹਿੰਦੇ ਪੱਥਰੀ ਆ ਗਈ ਫਲਾਣੇ ਪੇਸ਼ੈਂਟ ਦੇ। ਅਕਸਰ ਬੀਬੀਆਂ ਕਹਿੰਦੀਆਂ, ਬਜ਼ੁਰਗ ਕਹਿੰਦੇ ਨੇ, ਸਾਡੇ ਮੇਰੇ ਵਰਗੇ ਨੌਜਵਾਨ ਵੀ ਕਹਿੰਦੇ ਨੇ ਖਾਰਾ ਪੀ ਲਓ। ਪਤਾ ਹੁੰਦਾ ਨਹੀਂ ਕਿ ਅਸਲ ਦੇ ਵਿੱਚ ਖਾਰਾ ਫਰਕ ਪਾਉਂਦਾ ਵੀ ਹੈ ਕਿ ਨਹੀਂ। ਜੇ ਮੈਂ ਤੁਹਾਡੇ ਤੋਂ ਪੁੱਛਾਂ ਵੀ ਖਾਰਾ ਅਸਲ ਦੇ ਵਿੱਚ ਪੱਥਰੀ ਨੂੰ ਜਿਹੜਾ ਖਾਰਦਾ ਆ ਕਿ ਕੁਝ ਹੋਰ ਹੀ ਖਾਰੀ ਜਾਂਦਾ ਅੰਦਰ? ਜ਼ਿਆਦਾਤਰ ਸਟੋਨ ਹੁੰਦੇ ਨੇ ਉਹ ਕਿਡਨੀ ਦੇ ਵਿੱਚ ਬਣਦੇ ਨੇ, ਗੁਰਦਿਆਂ ਦੇ ਵਿੱਚ। ਉਸ ਤੋਂ ਬਾਅਦ ਉੱਥੋਂ ਬਣ ਕੇ ਹੌਲੀ ਹੌਲੀ ਨੀਚੇ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਤੁਹਾਡੇ ਪਿਸ਼ਾਬ ਦੀਆਂ ਟਿਊਬਾਂ ਦੇ ਵਿੱਚ, ਬਲੈਡਰ ਦੇ ਵਿੱਚ ਤੇ ਬਾਹਰ ਰਸਤੇ ਦੇ ਵਿੱਚ ਆ ਕੇ ਫਸ ਸਕਦੇ ਨੇ। ਜਿਹੜੇ ਸਟੋਨ ਤੁਹਾਡੇ ਕਿਡਨੀ ਨੂੰ ਬਲੌਕ ਕਰ ਰਹੇ ਨੇ ਉਹ ਅਲਟੀਮੇਟਲੀ ਲੌਂਗਰ ਪੀਰੀਅਡ ਤੱਕ ਅਗਰ ਉਹ ਬਲੌਕ ਰੱਖਣਗੇ ਤੇ ਉਹਦੇ ਦੋ ਤਿੰਨ ਨੁਕਸਾਨ ਹੋ ਸਕਦੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਨਫੈਕਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਇਨਫੈਕਸ਼ਨ ਤੁਹਾਡੀ ਕਿਡਨੀ ਦੇ ਫੰਕਸ਼ਨ ਨੂੰ ਖਰਾਬ ਕਰੇਗੀ, ਸ਼ਾਰਟ ਟਰਮ ਲਈ ਜਾਂ ਲੌਂਗ ਟਰਮ ਲਈ। ਸਟੋਨ ਬਣਦੇ ਕਿਉਂ ਨੇ, ਕਿਵੇਂ ਬਣਦੇ ਨੇ, ਕਿੱਥੋਂ ਸ਼ੁਰੂਆਤ ਹੁੰਦੀ ਹੈ? ਕਿਉਂਕਿ ਇਹ ਬਹੁਤ ਆਮ ਹੋ ਗਈ ਤੇ ਇਹ ਇੰਨੀ ਕੰਮ ਹੋ ਗਈ ਕਿ ਮੇਰੀ ਵਰਗੀ, ਮੇਰੇ ਤੋਂ ਲੱਗਦਾ ਮੇਰੇ ਤੋਂ ਛੋਟੀ ਉਮਰ ਦੇ ਕਾਫੀ ਨੌਜਵਾਨਾਂ ਦੇ ਵਿੱਚ ਵੀ ਇਹ ਚੀਜ਼ ਪਾਈ ਜਾਂਦੀ ਹੈ। ਹੁਣ ਵੀ ਭਾਈ ਪੱਥਰੀ ਆ ਗਈ ਫਲਾਣੇ ਔਰਗਨ ਦੇ ਵਿੱਚ, ਫਲਾਣੇ ਪਾਰਟ ਦੇ ਵਿੱਚ, ਕਹਿੰਦੇ ਪੱਥਰੀ ਆ ਗਈ। ਗੁਰਦਿਆਂ ਦੇ ਵਿੱਚ ਤਾਂ ਜ਼ਿਆਦਾਤਰ ਹੀ ਪਾਈ ਜਾਂਦੀ ਹੈ। ਇਹ ਬਣਦੀ ਕਿੱਥੋਂ ਹੈ, ਸ਼ੁਰੂਆਤ ਕਿੱਥੋਂ ਹੁੰਦੀ ਤੇ ਕਿਵੇਂ ਰੋਕ ਸਕਦੇ ਹਾਂ ਫਿਰ? ਰਾਤੋਂ ਰਾਤ ਤੋਂ ਸਟੋਨ ਨਹੀਂ ਬਣਦਾ। ਹੁੰਦਾ ਕੀ ਹੈ, ਕੁਝ ਸਟੋਨਸ ਦੀ ਜਿਹੜੀ ਹੈ ਡਿਸੋਲੂਸ਼ਨ ਜਿਹੜੀ ਹੈਗੀ ਹੈ, ਸੋਲੂਬਿਲਿਟੀ ਹੈਗੀ ਹੈ ਯੂਰਿਨ ਦੇ ਵਿੱਚ, ਉਹ ਅਗਰ ਘਟ ਜਾਏਗੀ ਤੇ ਉਹਦੇ ਨਾਲ ਕੀ ਹੁੰਦਾ ਕਿ ਛੋਟੇ ਛੋਟੇ ਕ੍ਰਿਸਟਲ ਸੈਡੀਮੈਂਟ ਹੋ ਸਕਦੇ ਨੇ। ਜੇ ਉਹ ਲੰਬੇ ਸਮੇਂ ਲਈ ਉੱਥੇ ਰਹਿਣਗੇ ਤੇ ਉਹਦੇ ਉੱਪਰ ਹੋਰ ਸਾਲਟ ਜੰਮਦਾ ਜਾਂਦਾ ਤੇ ਉਹਦਾ ਇੱਕ ਸਟੋਨ ਦਾ ਸਾਈਜ਼ ਵੱਡਾ ਹੋ ਜਾਂਦਾ ਹੈ। ਤੋ ਇਸ ਲਈ ਸਟੋਨ ਕਿੱਦਾਂ ਬਣਦੇ ਨੇ, ਉਹਦੇ ਕਾਰਨ ਇਸ ਤਰ੍ਹਾਂ ਨੇ ਕਿ ਅਗਰ ਕੋਈ ਆਦਮੀ ਇਹੋ ਜਿਹੇ এনवायरमेंट 'ਚ ਕੰਮ ਕਰ ਰਿਹਾ ਜਿੱਥੇ ਬਹੁਤ ਜ਼ਿਆਦਾ, ਫਿਰ ਇਹ ਦੇਖਿਆ ਗਿਆ ਕਿ ਕੁਝ ਖਾਸ ਤਰ੍ਹਾਂ ਦੇ ਫੂਡ ਪ੍ਰੋਡਕਟਸ, ਫੋਰ ਐਗਜ਼ਾਮਪਲ ਯੂਰਿਕ ਐਸਿਡ ਕੰਟੇਨਿੰਗ ਜਿਹੜੇ ਫਰੂਟਸ ਨੇ ਜਾਂ ਆਕਜ਼ਲੇਟ ਕੰਟੇਨਿੰਗ ਫੂਡ ਨੇ, ਜਿਨ੍ਹਾਂ ਦੇ ਵਿੱਚ ਮੇਨਲੀ ਜਿੱਦਾਂ ਕੈਬੇਜ ਹੋ ਗਿਆ, ਸਪਿਨਚ ਹੋ ਗਿਆ, ਪੱਤਾ ਗੋਭੀ ਹੋ ਗਈ ਤੇ ਪਾਲਕ ਹੋ ਗਈ, ਜਾਂ ਕੁਝ ਚਾਕਲੇਟ ਕੰਟੇਨਿੰਗ ਫੂਡ ਜਾਂ ਨਟਸ, ਜਿੱਦਾਂ ਆਪਾਂ ਪੰਜਾਬੀਆਂ ਦਾ ਹੁੰਦਾ ਕਿ ਦੁੱਧ ਦੇ ਨਾਲ ਜੀ 5-6 ਬਦਾਮ ਤੇ ਕਾਜੂ, ਗਿਰੀਆਂ, ਇਹ ਸਭ ਲੈਣਾ ਆ। ਹਾਂਜੀ, ਤਾਂ ਇਹ ਜਿਹੜੇ ਚੀਜ਼ਾਂ ਹੈਗੀਆਂ ਇਹ ਆਕਜ਼ਲੇਟ ਕੰਟੇਨਿੰਗ ਫੂਡਸ ਹੈ ਤੇ ਇਹ ਤੁਹਾਡੇ ਟੈਂਡੈਂਸੀ ਰਿਸਕ ਇਨਕਰੀਜ਼ ਕਰ ਸਕਦੀਆਂ ਨੇ ਤੁਹਾਨੂੰ। ਮੈਨੂੰ ਪਰਸਨਲ ਲੈਵਲ ਤੇ ਇਹ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਮੈਡੀਕੇਸ਼ਨਸ ਹੁੰਦੀਆਂ ਨੇ, ਬਈ ਦੇਖੋ, ਜਦੋਂ ਸਟੋਨ ਪੇਸ਼ੈਂਟ ਹੈ ਉਹ ਡਾਕਟਰ ਦੇ ਕੋਲ ਜਾਂ ਐਡਵਾਈਸ ਜਾਂ ਕੰਸਲਟੇਸ਼ਨ ਕਿਉਂ ਕਰਦਾ ਹੈ? ਬੇਸਿਕਲੀ ਉਹਨੂੰ ਸਿੰਪਟਮ, ਜਿਹੜਾ ਮੋਸਟ ਕਾਮਨ ਸਿੰਪਟਮਸ ਹੈ, ਉਹਨੂੰ ਪੇਨ ਹੁੰਦਾ ਹੈ। ਉਹ ਪੇਨ ਲਈ ਜਾਂਦਾ ਹੈ, ਪੇਨ ਲਈ ਉਹਦੇ ਟੈਸਟ ਹੁੰਦੇ ਨੇ ਪੇਸ਼ੈਂਟ ਦੇ, ਫਿਰ ਪਤਾ ਚੱਲਦਾ ਹੈ ਕਿ ਸਟੋਨ ਹੈ। ਜਿਹੜੀਆਂ ਇਹੋ ਜਿਹੀਆਂ ਮੈਡੀਕੇਸ਼ਨਸ ਹੈਗੀਆਂ ਨੇ, ਆਲਟਰਨੇਟਿਵ ਮੈਡੀਕੇਸ਼ਨਸ, ਉਹਨਾਂ 'ਚ ਕੁਝ ਹੱਦ ਤੱਕ ਮੈਨੂੰ ਲੱਗਦਾ ਕਿ ਪੇਨ ਕਿਲਰਸ ਜਿਹੜੇ ਐਡਿਡ ਹੁੰਦੇ ਨੇ, ਜਿਹੜੇ ਕਿ ਤੁਹਾਡੇ ਪੇਨ ਨੂੰ ਟੈਂਪਰੇਰੀ ਕੁਝ ਸਮੇਂ ਲਈ ਠੀਕ ਕਰ ਦਿੰਦੇ ਨੇ ਤੇ ਉਸ ਦੇ ਬਾਅਦ ਤੁਸੀਂ ਵੀ ਭੁੱਲ ਜਾਂਦੇ ਹੋ, ਪੇਸ਼ੈਂਟ ਵੀ ਭੁੱਲ ਜਾਂਦਾ ਹੈ ਕਿ ਹੁਣ ਤਾਂ ਮੇਰਾ ਪੇਨ ਠੀਕ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਦਾ ਇੱਕ ਸਾਈਕਲ ਦੇ ਵਿੱਚ ਡੁੱਬਣ ਵਾਲੀ ਗੱਲ ਹੈ ਤੇ ਮੈਨੂੰ ਨਹੀਂ ਲੱਗਦਾ ਇਸ ਲੈਵਲ ਦੇ ਉੱਤੇ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਸਾਇੰਟੀਫਿਕ ਬੇਸਿਸ ਨਹੀਂ ਹੈ ਨਾ ਆਲਟਰਨੇਟਿਵ ਥੈਰੇਪੀਜ਼ ਦਾ। ਕੁਛ ਐਸੀ ਚੀਜ਼ਾਂ ਜ਼ਰੂਰ ਦੱਸੋ ਵੀ ਆਹ ਸਟੋਨ ਜਿਹੜੇ ਨੇ ਇਹ ਬਣ ਨਹੀਂ ਨਾ, ਕਿਉਂਕਿ ਅਕਸਰ ਦੇਸੀ ਨੁਸਖੇ ਜ਼ਰੂਰ ਹੁੰਦੇ ਨੇ। ਕੋਈ ਫਰੂਟ, ਕੋਈ ਫਲ ਕੋਈ ਐਸਾ ਹੋਵੇ, ਕੋਈ ਸਬਜ਼ੀ ਐਸੀ ਹੋਵੇ ਵੀ ਆਹ ਸਬਜ਼ੀਆਂ ਵੱਧ ਖਾਓ, ਜਾਂ ਇੱਕ ਤੱਕ ਟਮਾਟਰ ਕਹਿੰਦੇ ਨੇ, ਟਮਾਟਰ ਦਾ ਵੀ ਬਹੁਤ ਰੋਲ ਹੁੰਦਾ ਆ, ਖਾਓ ਨਾ ਖਾਓ, ਖਾਣੇ ਚਾਹੀਦੇ ਨੇ ਨਹੀਂ ਖਾਣੇ ਚਾਹੀਦੇ, ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਿਸ ਤੋਂ ਇਹ ਸਟੋਨ ਬਣਨ ਤੋਂ ਹੀ ਪਹਿਲਾਂ ਰੁਕ ਜਾਣ ਜਾਂ ਟ੍ਰਾਂਸਪਲਾਂਟ ਤੱਕ ਦੀ ਨੌਬਤ ਹੀ ਨਾ ਆਵੇ? ਦੇਖੋ, ਅਗਰ ਤਾਂ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਸਟੋਨ ਦੀ ਹਿਸਟਰੀ ਹੈ, ਤੁਹਾਡੇ ਮਦਰ, ਫਾਦਰ, ਬ੍ਰਦਰ ਜਾਂ ਸਿਸਟਰ ਨੂੰ ਫੈਮਿਲੀ ਦੀ ਹਿਸਟਰੀ ਹੈ, ਜਾਂ ਤੁਹਾਨੂੰ ਖੁਦ ਨੂੰ ਹੀ ਸਟੋਨ ਪਹਿਲਾਂ ਹੋ ਚੁੱਕੇ ਨੇ ਤਾਂ ਤੁਸੀਂ ਚਾਹੁੰਦੇ ਹੋ ਕਿ ਦੁਬਾਰਾ ਪ੍ਰੀਵੈਂਟ ਨਾ ਹੋਣ, ਦੁਬਾਰਾ ਸਟੋਨ ਨਾ ਬਣਨ, ਉਹਨਾਂ ਨੂੰ ਪ੍ਰੀਵੈਂਟ ਕਰਨਾ ਚਾਹੁੰਦੇ ਹੋ, ਜਾਂ ਦੁਬਾਰਾ ਜਾਂ ਫਸਟ ਟਾਈਮ ਬਣਨ ਦੇ ਰਿਸਕ ਨੂੰ ਦੂਰ ਕਰਨਾ ਚਾਹੁੰਦੇ ਹੋ, ਤੇ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ। ਉਹਦੇ 'ਚ ਕੁਝ ਲਾਈਫ ਸਟਾਈਲ ਮੋਡੀਫਿਕੇਸ਼ਨਸ ਨੇ, ਕੁਝ ਡਾਈਟਰੀ ਮੋਡੀਫਿਕੇਸ਼ਨਸ ਨੇ। ਉਹਦੇ 'ਚ ਕੀ ਹੈ, ਨੰਬਰ 1 ਪ੍ਰੀਵੈਂਸ਼ਨ ਲਈ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਇੱਕ ਬੈਠਿਆ ਹੋਇਆ ਹੈ ਵੀ ਮੈਂ ਇਹ ਚੀਜ਼ ਤੋਂ ਭੱਜਦਾ ਹਾਂ। ਸਰਜਰੀ ਤੋਂ ਵੈਸੇ ਹੀ ਲੋਕ ਬੜਾ ਭੱਜਦੇ ਨੇ ਤੇ ਉੱਤੋਂ ਟ੍ਰਾਂਸਪਲਾਂਟ ਜੇ ਹੋਵੇ, ਕੋਈ ਆਰਗਨ ਟ੍ਰਾਂਸਪਲਾਂਟ ਕਰਨਾ ਹੋਵੇ, ਉਹ ਤੋਂ ਬਹੁਤ ਲੋਕ ਭੱਜਦੇ ਨੇ। ਡਰਨ ਦੀ ਲੋੜ ਹੈ ਅਸਲ ਦੇ ਵਿੱਚ ਕਿ ਨਹੀਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਪਹਿਲਾਂ ਅਕਸਰ ਸਾਡੇ ਬਜ਼ੁਰਗ ਜਦ ਪਿੰਡਾਂ ਦੇ ਵਿੱਚ ਇਕੱਠੇ ਬੈਠਦੇ ਹੁੰਦੇ ਨੇ ਨਾ, ਹੁਣ ਵੀ, ਤਾਂ ਉਹ ਅਕਸਰ ਪੁਰਾਣੇ ਟਾਈਮ ਦਾ ਜ਼ਿਕਰ ਕਰਦੇ ਹੁੰਦੇ ਨੇ। ਇਹ ਕਹਿੰਦੇ ਹੁੰਦੇ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਸਾਡੀਆਂ ਖੁਰਾਕਾਂ ਬੜੀਆਂ ਚੰਗੀਆਂ ਹੁੰਦੀਆਂ ਸੀਗੀਆਂ।
ਵਧੀਆ ਖਾਂਦੇ ਸੀਗੇ ਤੇ ਵਰਜਿਸ਼ ਕਰਦੇ ਸੀ ਤੇ ਜਿਹੜੀਆਂ ਉਮਰਾਂ ਸੀਗੀਆਂ ਨਾ ਉਹ ਇੰਨੀਆਂ ਕੁ ਲੰਬੀਆਂ ਸੀਗੀਆਂ ਮੈਂ ਦੱਸ ਨਹੀਂ ਸਕਦਾ। ਪਰ ਅੱਜ ਕੱਲ੍ਹ ਦੀ ਐਵਰੇਜ ਜੇ ਉਮਰ ਮੈਂ ਕੱਢ ਕੇ ਦੇਖ ਲਾਂ ਤਾਂ 50-60 ਸਾਲ ਰਹਿ ਗਈ। ਤੇ ਉਹ 50-60 ਸਾਲ ਦੀ ਉਮਰ ਤੋਂ ਵੀ ਅੱਧੀ ਉਮਰ ਦੇ, ਯਾਨੀ ਮੇਰੀ ਉਮਰ ਦੇ ਜੇ ਮੈਂ ਮੁੰਡਿਆਂ ਦੀ ਵੀ ਗੱਲ ਕਰ ਲਾਂ ਨਾ, ਤਾਂ ਕਈ ਐਸੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਲਾਇਲਾਜ ਬਣ ਗਈਆਂ। ਅੱਜ ਕੱਲ੍ਹ ਤਾਂ ਇੱਕ ਐਸੀ ਬਿਮਾਰੀ ਹੈ ਕਿਡਨੀ ਟ੍ਰਾਂਸਪਲਾਂਟ, ਕਿਡਨੀਆਂ ਖਰਾਬ ਹੋ ਜਾਂਦੀਆਂ ਨੇ, ਗੁਰਦੇ ਫੇਲ ਹੋ ਗਏ ਕਹਿੰਦੇ। ਇਹੀ ਪਤਾ ਲੱਗਦਾ ਵੀ ਭਾਈ ਫਲਾਣੇ ਘਰ ਦੇ ਵਿੱਚ ਕੁੜੀ ਚੰਗੀ ਭਲੀ ਹੱਸਦੀ ਖੇਡਦੀ ਸੀ, ਤਾਂ 4 ਦਿਨ ਬਾਅਦ ਪਤਾ ਲੱਗਦਾ ਵੀ ਉਹਦੀ ਰਿਪੋਰਟ ਕਰਾਈ ਤੇ ਗੁਰਦੇ ਫੇਲ ਹੋ ਗਏ। ਕਾਰਨ ਕੀ ਨੇ? ਇਹ ਗੁਰਦੇ ਫੇਲ ਹੋ ਕਿਉਂ ਰਹੇ ਨੇ ਤੇ ਲੋਕਾਂ ਨੂੰ ਕੀ ਇਸ ਚੀਜ਼ ਤੋਂ ਡਰਨਾ ਚਾਹੀਦਾ? ਜਦੋਂ ਆਪਾਂ ਡੋਨਰ ਤੋਂ ਯਾਨੀ ਕਿ ਕਿਸੇ ਪੇਸ਼ੈਂਟ ਤੋਂ ਆਪਾਂ ਕਹਿੰਦੇ ਆ ਵੀ ਇਹਨਾਂ ਨੂੰ ਇੱਕ ਕਿਡਨੀ ਦੀ ਲੋੜ ਹੈ, ਕਿ ਕਿਡਨੀ ਦੇਣ ਵਾਲੇ ਨੂੰ ਡਰਨ ਦੀ ਲੋੜ ਹੁੰਦੀ ਹੈ? ਇੱਕ ਕਿਡਨੀ ਦੇਤੀ, ਵੈਸੇ ਤਾਂ ਕਹਿੰਦੇ 2 ਕਿਡਨੀਆਂ ਹੁੰਦੀਆਂ ਨੇ, ਇੱਕ ਕਿਡਨੀ ਤੇ ਸਰਵਾਈਵ ਬੰਦਾ ਕਰ ਸਕਦਾ, ਜੀ ਸਕਦਾ, ਪਰ ਕਿੰਨਾ ਕੁ ਸੌਖਾ, ਕਿਹੜੀ ਪਰੇਸ਼ਾਨੀਆਂ, ਕਿਹੜੀਆਂ ਜ਼ਰੂਰਤਾਂ ਨੇ ਤੇ ਇਸ ਚੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਆ? ਕਿਹੜੀ ਚੀਜ਼ ਖਾਣੀ ਚਾਹੀਦੀ ਹੈ? ਹਾਂ, ਇੱਕ ਚੀਜ਼ ਹੋਰ, ਪੰਜਾਬੀ ਅਕਸਰ ਕਹਿੰਦੇ ਜੇ ਪੱਥਰੀ ਹੋ ਗਈ ਤੁਹਾਡੇ ਗੁਰਦੇ ਦੇ ਵਿੱਚ ਤਾਂ ਖਾਰਾ ਪੀਣਾ ਸ਼ੁਰੂ ਕਰ ਦਿਓ। ਲੈਣ ਹੀ ਲਾ ਦਿੰਦੇ ਨੇ ਖਾਰਿਆਂ ਦੀ ਘਰੇ ਪਾ ਕੇ। ਪਰ ਕੀ ਉਹ ਚੀਜ਼ ਅਸਲ ਦੇ ਵਿੱਚ ਖਾਰਾ ਜਿਹੜਾ ਪੀਂਦੇ ਆਪਾਂ ਉਹ ਪੱਥਰੀ ਨੂੰ ਖਾਰਦੀ ਹੈ ਜਾਂ ਕੁਝ ਹੋਰ ਹੀ ਖਾਰੀ ਜਾਂਦੀ ਹੈ? ਅੱਜ ਇਸੇ ਵਿਸ਼ੇ ਤੇ ਗੱਲ ਕਰਨ ਵਾਸਤੇ ਮੇਰੇ ਨਾਲ ਡਾਕਟਰ ਓਂਕਾਰ ਜੀ ਹੋਣਗੇ, ਕਿਉਂਕਿ ਉਹਨਾਂ ਨੂੰ ਇੰਨਾ ਕੁ ਤਜਰਬਾ ਤਾਂ ਇੰਨਾ ਕੁ ਨਾਮ ਉਹਨਾਂ ਨੇ ਖੱਟ ਲਿਆ ਕਿ ਅੱਜ ਕੱਲ੍ਹ ਲੋਕ ਵੀ ਇਹੀ ਕਹਿੰਦੇ ਨੇ ਕਿ ਸਾਨੂੰ ਘੱਟੋ ਘੱਟ ਇੱਕ ਐਸੀ ਚੰਗੀ ਸਲਾਹ ਦੇ ਦੇਣ, ਕਿਉਂਕਿ ਇਸ ਚੀਜ਼ ਤੋਂ ਲੋਕ ਡਰ ਬਹੁਤ ਰਹੇ ਨੇ। ਆਪਾਂ ਡਰ ਅੱਜ ਮਨਾਂ 'ਚੋਂ ਕੱਢਣਾ ਹੈ। ਡਾਕਟਰ ਸਾਹਿਬ ਮੇਰੇ ਨਾਲ ਨੇ। ਭਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ ਬਾਲ ਸਾਹਿਬ, ਬਿਲਕੁਲ ਠੀਕ ਹੈ ਜੀ। ਸਿਹਤ ਕਿਵੇਂ ਹੈ? ਬਿਲਕੁਲ ਫਿੱਟ ਫਾਟ ਹਾਂ ਜੀ। ਚੜ੍ਹਦੀ ਕਲਾ ਜੀ, ਵਾਹਿਗੁਰੂ ਜੀ। ਅੱਛਾ ਭਾਜੀ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਰ, ਵੀ ਅੱਜ ਕੱਲ੍ਹ ਇੱਥੋਂ ਸ਼ੁਰੂਆਤ ਕਰ ਲੈਂਦੇ ਹਾਂ ਵੀ ਖਾਰਾ, ਕਿਸੇ ਦੇ ਮੰਨ ਲਓ ਪੱਥਰੀ ਹੋ ਗਈ ਗੁਰਦਿਆਂ ਦੇ ਵਿੱਚ, ਕਹਿੰਦੇ ਪੱਥਰੀ ਆ ਗਈ ਫਲਾਣੇ ਪੇਸ਼ੈਂਟ ਦੇ। ਅਕਸਰ ਬੀਬੀਆਂ ਕਹਿੰਦੀਆਂ, ਬਜ਼ੁਰਗ ਕਹਿੰਦੇ ਨੇ, ਸਾਡੇ ਮੇਰੇ ਵਰਗੇ ਨੌਜਵਾਨ ਵੀ ਕਹਿੰਦੇ ਨੇ ਖਾਰਾ ਪੀ ਲਓ। ਪਤਾ ਹੁੰਦਾ ਨਹੀਂ ਕਿ ਅਸਲ ਦੇ ਵਿੱਚ ਖਾਰਾ ਫਰਕ ਪਾਉਂਦਾ ਵੀ ਹੈ ਕਿ ਨਹੀਂ। ਜੇ ਮੈਂ ਤੁਹਾਡੇ ਤੋਂ ਪੁੱਛਾਂ ਵੀ ਖਾਰਾ ਅਸਲ ਦੇ ਵਿੱਚ ਪੱਥਰੀ ਨੂੰ ਜਿਹੜਾ ਖਾਰਦਾ ਆ ਕਿ ਕੁਝ ਹੋਰ ਹੀ ਖਾਰੀ ਜਾਂਦਾ ਅੰਦਰ? ਨਹੀਂ ਗੁਰਪ੍ਰੀਤ ਜੀ, ਇਹ ਬੜਾ ਤੁਸੀਂ ਵਧੀਆ ਸਵਾਲ ਪੁੱਛਿਆ ਹੈ, ਕਿਉਂਕਿ ਬੜਾ ਕਾਮਨਲੀ ਸਾਡੇ ਕੋਲ ਕਈ ਅਸੀਂ ਪੇਸ਼ੈਂਟ ਦੇਖਦੇ ਹਾਂ ਜਿਹੜੇ ਫਰੈਸ਼ ਸਟੋਨ ਲੈ ਕੇ ਆਉਂਦੇ ਨੇ ਕਿਡਨੀ ਦੇ ਵਿੱਚ, ਗੁਰਦਿਆਂ ਦੇ ਵਿੱਚ, ਜਾਂ ਜਿਨ੍ਹਾਂ ਨੂੰ ਪੁਰਾਣੇ ਲੰਬੇ ਸਮੇਂ ਤੋਂ ਸਟੋਨ ਹੁੰਦੇ ਨੇ। ਉਹ ਆ ਕੇ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਬੜੀ ਦੇਰ ਤੋਂ ਅਸੀਂ ਖਾਰਾ ਪੀ ਰਹੇ ਹਾਂ, ਜਾਂ ਅਸੀਂ ਫਰੂਟ ਬੀਅਰ ਜਾਂ ਬੀਅਰ ਲੈ ਰਹੇ ਹਾਂ, ਬਟ ਸਟੋਨ ਠੀਕ ਨਹੀਂ ਹੋ ਰਿਹਾ, ਸਗੋਂ ਸਟੋਨ ਵੱਧ ਗਏ ਨੇ। ਸੋ ਬੇਸਿਕਲੀ ਇਹ ਇੱਕ ਤਰ੍ਹਾਂ ਦੀ ਮਿਥ ਹੈ। ਬੇਸਿਕਲੀ ਇਹੋ ਜਿਹੇ ਜਿੰਨੇ ਡਰਿੰਕਸ ਹੈਗੀਆਂ ਨੇ, ਖਾਰਾ ਹੋ ਗਿਆ, ਬੇਸਿਕਲੀ ਉਹਨਾਂ ਦੇ ਵਿੱਚ ਹੁੰਦਾ ਕਿ ਇੱਕ ਕਾਰਬਨ ਡਾਈਆਕਸਾਈਡ ਹੈ, ਬੇਸਿਕਲੀ ਕਾਰਬੋਨੇਟਡ ਬੀਵਰੇਜਸ ਨੇ ਇਹ ਸਾਰੀਆਂ। ਤੇ ਇਹਨਾਂ ਦਾ ਜਿਹੜਾ ਬੇਸਿਕ ਜਿਹੜਾ, ਜੇ ਤੁਸੀਂ ਪੀਐਚ ਵੈਲਿਊ ਦੇਖੀ ਹੋਏ ਤਾਂ ਉਹ ਇੱਕ ਐਸਿਡਿਕ ਨੇਚਰ ਹੁੰਦੀ ਹੈ ਇਹਨਾਂ ਦੀ। ਤਾਂ ਇਹਨਾਂ ਦੇ ਲੈਣ ਨਾਲ ਹੁੰਦਾ ਕੀ ਹੈ, ਇਹ ਤੁਹਾਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰ ਸਕਦੇ ਨੇ। ਉਹ ਕਿਸ ਤਰ੍ਹਾਂ ਕਿ ਇੱਕ ਤਾਂ ਇਹ ਤੁਹਾਡੇ ਬਲੱਡ ਦੀ ਪੀਐਚ ਨੂੰ ਇੰਬੈਲੈਂਸ ਕਰਦੇ ਨੇ। ਉਹਦੇ ਕਰਕੇ ਕੀ ਹੁੰਦਾ ਹੈ ਕਿ ਤੁਹਾਡੇ ਯੂਰਿਨ ਦੀ ਵੀ ਜਿਹੜੀ ਪੀਐਚ ਲੈਵਲ ਹੈਗਾ ਉਹ ਵੀ ਇੰਬੈਲੈਂਸ ਹੋ ਜਾਂਦਾ ਹੈ। ਤੇ ਯੂਰਿਨ ਦਾ ਪੀਐਚ ਇੱਕ ਮਾਤਰ ਮੋਸਟ ਇੰਪੋਰਟੈਂਟ ਫੈਕਟਰ ਹੈਗਾ ਆ ਜਿਹੜਾ ਇਹ ਡਿਸਾਈਡ ਕਰਦਾ ਹੈ ਕਿ ਤੁਹਾਡੇ ਯੂਰਿਨ ਦੇ ਵਿੱਚ ਕਿਸ ਪ੍ਰਕਾਰ ਦੇ ਸਾਲਟ ਜਿਹੜੇ ਨੇ ਉਹ ਸੈਡੀਮੈਂਟ ਹੋਣਗੇ, ਸਟੋਨ ਬਣ ਸਕਦੇ ਨੇ ਕਿ ਨਹੀਂ ਬਣ ਸਕਦੇ। ਸੋ ਪੀਐਚ ਨੰਬਰ 1 ਮੋਸਟ ਇੰਪੋਰਟੈਂਟ ਫੈਕਟਰ ਹੈ। ਸੋ ਇਹ ਖਾਰਾ, ਸੋਡਾ, ਕਾਰਬੋਨੇਟਡ ਬੀਵਰੇਜਸ ਜਿਹੜੀਆਂ ਹੈਗੀਆਂ ਨੇ ਉਹ ਤੁਹਾਡੇ ਯੂਰਿਨ ਤੇ ਬਲੱਡ ਦੀ ਪੀਐਚ ਨੂੰ ਇੰਬੈਲੈਂਸ ਕਰਦੀਆਂ ਨੇ ਤੇ ਹੋਰ ਰਿਸਕ ਵਧਾ ਸਕਦੀਆਂ ਨੇ ਬਲਕਿ ਸਟੋਨ ਵਧਣ ਦਾ। ਤੇ ਦੂਸਰਾ ਇੱਕ ਇਹਦੇ ਨਾਲ ਔਰ ਚੀਜ਼ ਹੈ, ਇਹ ਦੇਖਿਆ ਗਿਆ ਕਿ ਲੋਕ ਜਿੱਦਾਂ ਬੀਅਰ ਵਗੈਰਾ ਦਾ ਇਸਤੇਮਾਲ ਕਰਨਗੇ ਜਾਂ ਕਿ ਸੋਡਾ, ਜਿੱਦਾਂ ਤੁਸੀਂ ਕਿਹਾ ਕਿ ਲਾਈਨ ਹੀ ਲਗਾ ਦਿੰਦੇ ਨੇ। ਸੋ ਹੁੰਦਾ ਕੀ ਹੈ ਕਿ ਤੁਸੀਂ ਜਦੋਂ ਇੰਨਾ ਜ਼ਿਆਦਾ ਮਾਤਰਾ ਦੇ ਵਿੱਚ ਲੈਂਦੇ ਹੋ ਤਾਂ ਛੋਟੇ ਛੋਟੇ ਸਟੋਨ ਪਾਸ ਹੋ ਸਕਦੇ ਨੇ। ਪਰ ਤੁਹਾਨੂੰ ਛੋਟੇ ਸਟੋਨ ਪਾਸ ਕਰਨ ਲਈ ਬੀਅਰ ਜਾਂ ਸੋਡਾ ਲੈਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜੇ ਸਟੋਨ ਤੁਹਾਡੇ ਬੀਅਰ ਜਾਂ ਸੋਡਾ ਨਾਲ ਨਿਕਲਦੇ ਨੇ ਉਹ ਪਲੇਨ ਵਾਟਰ ਨਾਲ ਵੀ ਨਿਕਲਦੇ ਨੇ। ਤੇ ਪਲੇਨ ਵਾਟਰ ਮੈਂ ਕਹਿਣਾ ਚਾਹਾਂਗਾ ਸਭ ਤੋਂ ਸਸਤਾ, ਸੁੰਦਰ, ਟਿਕਾਊ, ਸੁਸ਼ੀਲ ਤਰੀਕਾ ਹੈ ਤੁਹਾਨੂੰ ਛੋਟੇ ਸਟੋਨਸ ਨੂੰ ਪਾਸ ਕਰਨ ਲਈ ਜਾਂ ਸਟੋਨਸ ਨੂੰ ਪ੍ਰੀਵੈਂਟ ਕਰਨ ਲਈ। ਅੱਛਾ, ਐਸਾ ਮਤਲਬ ਕਿ ਕਿਹੜੇ ਸਟੋਨਸ ਨੇ ਜਿਹੜੇ ਕਿਡਨੀ ਦੇ ਵਿੱਚ ਜਿਹੜੇ ਜ਼ਿਆਦਾ ਡੇਂਜਰਸ ਨੇ, ਜਿਨ੍ਹਾਂ ਤੋਂ ਬਾਅਦ ਫਿਰ ਬੰਦੇ ਨੂੰ ਇੱਕ ਐਂ ਹੁੰਦਾ ਵੀ ਜਿਵੇਂ ਕਹਿ ਦਿੰਦੇ ਡਾਕਟਰ ਕੋਲ ਜਾਂਦਾ ਤੇ ਡਾਕਟਰ ਕਹਿ ਦਿੰਦਾ ਪੇਸ਼ੈਂਟ ਨੂੰ ਵੀ ਭਾਈ ਹੁਣ ਤਾਂ ਤੇਰਾ ਟ੍ਰਾਂਸਪਲਾਂਟ ਹੋਊਗਾ, ਇਸ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂ। ਕਿਹੜੇ ਸਟੋਨਸ ਨੇ ਵੀ ਜਿਹੜੇ ਹਾਰਮਫੁਲ ਨੇ, ਬੜੇ ਹਾਨੀਕਾਰਕ ਨੇ ਸਿਹਤ ਵਾਸਤੇ, ਤੇ ਉਹ ਜਿਹੜਾ ਕੌਜ਼ ਕਰਦੀ ਨੇ ਵੀ ਟ੍ਰਾਂਸਪਲਾਂਟ ਹੋਣਾ ਹੀ ਹੋਣਾ ਹੁਣ ਲਈ ਕਿਡਨੀ ਦਾ? ਦੇਖੋ ਗੁਰਪ੍ਰੀਤ ਜੀ, ਇਹਦੇ 'ਚ ਇਸ ਤਰ੍ਹਾਂ ਹੈ ਵੀ ਸਟੋਨ ਅਗਰ ਤੁਹਾਡੀ ਬਣਦੇ, ਜ਼ਿਆਦਾਤਰ ਸਟੋਨ ਹੁੰਦੇ ਨੇ ਉਹ ਕਿਡਨੀ ਦੇ ਵਿੱਚ ਬਣਦੇ ਨੇ, ਗੁਰਦਿਆਂ ਦੇ ਵਿੱਚ। ਉਸ ਤੋਂ ਬਾਅਦ ਉੱਥੋਂ ਬਣ ਕੇ ਹੌਲੀ ਹੌਲੀ ਨੀਚੇ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਤੁਹਾਡੇ ਪਿਸ਼ਾਬ ਦੀਆਂ ਟਿਊਬਾਂ ਦੇ ਵਿੱਚ, ਬਲੈਡਰ ਦੇ ਵਿੱਚ ਤੇ ਬਾਹਰ ਰਸਤੇ ਦੇ ਵਿੱਚ ਆ ਕੇ ਫਸ ਸਕਦੇ ਨੇ। ਜਿਹੜੇ ਸਟੋਨ ਤੁਹਾਡੇ ਕਿਡਨੀ ਨੂੰ ਬਲੌਕ ਕਰ ਰਹੇ ਨੇ ਉਹ ਅਲਟੀਮੇਟਲੀ ਲੌਂਗਰ ਪੀਰੀਅਡ ਤੱਕ ਅਗਰ ਉਹ ਬਲੌਕ ਰੱਖਣਗੇ ਤੇ ਉਹਦੇ 2-3 ਨੁਕਸਾਨ ਹੋ ਸਕਦੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਨਫੈਕਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਇਨਫੈਕਸ਼ਨ ਤੁਹਾਡੀ ਕਿਡਨੀ ਦੇ ਫੰਕਸ਼ਨ ਨੂੰ ਖਰਾਬ ਕਰੇਗੀ, ਸ਼ਾਰਟ ਟਰਮ ਲਈ ਜਾਂ ਲੌਂਗ ਟਰਮ ਲਈ।
ਕੁਝ ਸਟੋਨ ਅਗਰ ਫੋਰਚੂਨੇਟਲੀ ਤੁਹਾਨੂੰ ਇਨਫੈਕਸ਼ਨ ਨਹੀਂ ਕਰ ਰਹੇ ਤਾਂ ਵੀ ਉਹ ਕਿਡਨੀ ਦੇ ਵਿੱਚ ਸਵੈਲਿੰਗ ਪ੍ਰੋਡਿਊਸ ਕਰ ਸਕਦੇ ਨੇ, ਜਿਹਦੇ ਨਾਲ ਕਿ ਕਿਡਨੀ ਦਾ ਫੰਕਸ਼ਨਲ ਜੋ ਟਿਸ਼ੂ ਹੈ, ਫੰਕਸ਼ਨਲ ਮਾਦਾ ਮੀਟ ਹੈ, ਉਹ ਜਿਹੜਾ ਖਰਾਬ ਹੋ ਜਾਏਗਾ ਤੇ ਹੌਲੀ ਹੌਲੀ ਖਤਮ ਹੋ ਸਕਦਾ ਹੈ। ਕੁਝ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਦੋਨੋਂ ਸਾਈਡ ਮਲਟੀਪਲ ਰੀਕਰੈਂਟ ਬਾਰ-ਬਾਰ ਸਟੋਨ ਬਣ ਰਹੇ ਨੇ। ਉਹਦੇ ਨਾਲ ਕੀ ਹੁੰਦਾ, ਅਲਟੀਮੇਟਲੀ ਜੇ ਉਹਨਾਂ ਨੂੰ ਇਗਨੋਰ ਕੀਤਾ ਜਾਏ, ਟ੍ਰੀਟਮੈਂਟ ਨਾ ਲਿਆ ਜਾਏ ਜਾਂ ਪੇਸ਼ੈਂਟ ਨੂੰ ਟਾਈਮਲੀ ਨਾ ਪਤਾ ਚੱਲੇ ਤਾਂ ਅਲਟੀਮੇਟਲੀ ਕਿਡਨੀ ਦਾ ਫੰਕਸ਼ਨ ਟੋਟਲ ਲਾਸ ਹੋ ਸਕਦਾ ਹੈ। ਤੋ ਇੱਕ ਯੂਰੋਲੋਜਿਸਟ ਵਿਦ ਦ ਹੈਲਪ ਆਫ ਇੱਕ ਨੈਫਰੋਲੋਜਿਸਟ ਦੇ ਨਾਲ ਤੁਹਾਨੂੰ ਇਹ ਦੱਸ ਸਕਦੇ ਨੇ ਕਿ ਹੁਣ ਇਹ ਰਿਕਵਰੇਬਲ ਜਾਂ ਰਿਵਰਸੀਬਲ ਫੰਕਸ਼ਨ ਹੈ ਕਿ ਨਹੀਂ ਹੈ। ਅਗਰ ਉਹ ਨਹੀਂ ਹੈ ਤਾਂ ਅਲਟੀਮੇਟਲੀ ਤੁਹਾਨੂੰ ਕਿਡਨੀ ਰਿਪਲੇਸਮੈਂਟ ਦੀ ਕਿਸੇ ਵੀ ਟ੍ਰੀਟਮੈਂਟ ਦੀ ਜ਼ਰੂਰਤ ਜਿਹੜੀ ਹੈ ਉਹ ਪੈ ਸਕਦੀ ਹੈ। ਅੱਛਾ, ਸਟੋਨ ਬਣਦੇ ਕਿਉਂ ਨੇ, ਕਿਵੇਂ ਬਣਦੇ ਨੇ, ਕਿੱਥੋਂ ਸ਼ੁਰੂਆਤ ਹੁੰਦੀ ਹੈ? ਕਿਉਂਕਿ ਇਹ ਬਹੁਤ ਆਮ ਹੋ ਗਈ ਤੇ ਇਹ ਇੰਨੀ ਕੰਮ ਹੋ ਗਈ ਕਿ ਮੇਰੀ ਵਰਗੀ, ਮੇਰੇ ਤੋਂ ਲੱਗਦਾ ਮੇਰੇ ਤੋਂ ਛੋਟੀ ਉਮਰ ਦੇ ਕਾਫੀ ਨੌਜਵਾਨਾਂ ਦੇ ਵਿੱਚ ਵੀ ਇਹ ਚੀਜ਼ ਪਾਈ ਜਾਂਦੀ ਹੈ। ਹੁਣ ਵੀ ਭਾਈ ਪੱਥਰੀ ਆ ਗਈ ਫਲਾਣੇ ਆਰਗਨ ਦੇ ਵਿੱਚ, ਫਲਾਣੇ ਪਾਰਟ ਦੇ ਵਿੱਚ ਕਹਿੰਦੇ ਪੱਥਰੀ ਆ ਗਈ, ਗੁਰਦਿਆਂ ਦੇ ਵਿੱਚ ਤਾਂ ਜ਼ਿਆਦਾਤਰ ਹੀ ਪਾਈ ਜਾਂਦੀ ਹੈ। ਇਹ ਬਣਦੀ ਕਿੱਥੋਂ ਹੈ, ਸ਼ੁਰੂਆਤ ਕਿੱਥੋਂ ਹੁੰਦੀ ਤੇ ਕਿਵੇਂ ਰੋਕ ਸਕਦੇ ਆ ਫਿਰ ਇਹਨੂੰ? ਇਹ ਬਲਜਾ ਬੜਾ $1 ਮਿਲੀਅਨ ਕੁਐਸਚਨ ਹੈ। ਉਹ ਇਸ ਤਰ੍ਹਾਂ ਨੇ ਕਿ ਦੇਖੋ, ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਹਰ ਆਦਮੀ ਨਾਰਮਲ ਐਬਨੋਰਮਲ ਕੋਈ ਡਿਜ਼ੀਜ਼ ਹੈ ਜਾਂ ਨਹੀਂ ਹੈ, ਹਰ ਸਾਨੂੰ, ਮੈਨੂੰ, ਤੁਹਾਨੂੰ ਸਭ ਨੂੰ ਯੂਰਿਨ ਦੇ ਵਿੱਚ ਕੁਝ ਪ੍ਰਕਾਰ ਦੇ ਸਾਲਟ ਜਿਹੜੇ ਨੇ ਉਹ ਨਿਕਲਦੇ ਹੀ ਨਿਕਲਦੇ ਨੇ, ਉਹ ਲਗਾਤਾਰ ਨਿਕਲਦੇ ਨੇ। ਫॉर एग्जांपल ਕੈਲਸ਼ੀਅਮ, ਜ਼ੌਗਜ਼ਲੇਟ, ਫਾਸਫੇਟ, ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਕਲੋਰਾਈਡ, ਇਹ ਸਭ ਸਾਲਟ ਜਿਹੜੇ ਨਿਕਲ ਰਹੇ ਨੇ। ਠੀਕ ਹੈ। ਇਹ ਸਾਲਟ ਆਪਸ ਵਿੱਚ ਮਿਲ ਕੇ ਕੁਝ ਸੈਡੀਮੈਂਟ ਜਿਹੜੇ ਉਹ ਬਣਾ ਸਕਦੇ ਨੇ, ਕ੍ਰਿਸਟਲਾਈਜ਼ ਕਰ ਸਕਦੇ, ਕ੍ਰਿਸਟਲ ਬਣਾ ਸਕਦੇ ਨੇ ਛੋਟੇ ਛੋਟੇ। ਤੇ ਸਟੋਨ ਬਣਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਇਸ ਤਰ੍ਹਾਂ ਹੁੰਦੀ ਹੈ, ਇਟ ਡਜ਼ ਨਾਟ ਹੈਪਨ ਓਵਰਨਾਈਟ। ਠੀਕ ਹੈ। ਤੋ ਰਾਤੋਂ ਰਾਤ ਤੋਂ ਸਟੋਨ ਨਹੀਂ ਬਣਦਾ ਹੈ। ਹੁੰਦਾ ਕੀ ਹੈ, ਕੁਝ ਸਟੋਨਸ ਦੀ ਜਿਹੜੀ ਹੈ ਡਿਜ਼ੋਲੂਸ਼ਨ ਜਿਹੜੀ ਹੈਗੀ ਹੈ, ਸੋਲੂਬਿਲਿਟੀ ਹੈਗੀ ਹੈ ਯੂਰਿਨ ਦੇ ਵਿੱਚ, ਉਹ ਅਗਰ ਘਟ ਜਾਏਗੀ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਛੋਟੇ ਛੋਟੇ ਕ੍ਰਿਸਟਲ ਸੈਡੀਮੈਂਟ ਹੋ ਸਕਦੇ ਨੇ। ਜੇ ਉਹ ਲੰਬੇ ਸਮੇਂ ਦੀ ਉੱਥੇ ਰਹਿਣਗੇ ਤੇ ਉਹਦੇ ਉੱਪਰ ਹੋਰ ਸਾਲਟ ਜੰਮਦਾ ਜਾਂਦਾ ਤੇ ਉਹਦਾ ਇੱਕ ਸਟੋਨ ਦਾ ਸਾਈਜ਼ ਵੱਡਾ ਹੋ ਜਾਂਦਾ ਹੈ। ਠੀਕ ਹੈ। ਤੋ ਇਸ ਲਈ ਸਟੋਨ ਕਿੱਦਾਂ ਬਣਦੇ ਨੇ, ਉਹਦੇ ਕਾਰਨ ਇਸ ਤਰ੍ਹਾਂ ਨੇ ਕਿ ਅਗਰ ਕੋਈ ਆਦਮੀ ਇਹੋ ਜਿਹੇ এনवायरमेंट 'ਚ ਕੰਮ ਕਰ ਰਿਹਾ ਜਿੱਥੇ ਬਹੁਤ ਜ਼ਿਆਦਾ ਹਿਊਮਿਡ ਜਾਂ ਗਰਮੀ ਵਾਲਾ ਏਰੀਆ ਹੈ, ਉਹਦਾ ਸਵੈਟਿੰਗ ਜਾਂ ਜਿਹੜਾ ਵਾਟਰ ਲਾਸ ਬੜਾ ਹੋ ਰਿਹਾ ਹੈ, ਜਾਂ ਉਹ ਡੀਹਾਈਡਰੇਟਡ ਰਹਿ ਰਿਹਾ ਲੰਬੇ ਸਮੇਂ ਤੱਕ, ਐਡਿਕੁਏਟ ਲਿਕੁਇਡ ਇਨਟੇਕ ਨਹੀਂ ਲੈ ਰਿਹਾ, ਤਾਂ ਉਹਦੇ ਨਾਲ ਯੂਰਿਨ ਦੀ ਪ੍ਰੋਡਕਸ਼ਨ ਘਟ ਜਾਏਗੀ, ਫਲੋ ਸਲੋ ਹੋ ਜਾਏਗਾ, ਤੇ ਜਿਹੜੇ ਇਹ ਕ੍ਰਿਸਟਲਾਈਜ਼ ਹੋਣ ਵਾਲੇ ਛੋਟੇ ਛੋਟੇ ਕ੍ਰਿਸਟਲ ਨੇ ਉਹ ਲੰਬੇ ਸਮੇਂ ਤੱਕ ਕਿਡਨੀ ਦੇ ਵਿੱਚ ਰਹਿਣਗੇ, ਜਿਹਦੇ ਨਾਲ ਰਿਸਕ ਜ਼ਿਆਦਾ ਹੋ ਜਾਏਗਾ ਉਹਨਾਂ ਦੇ ਉੱਪਰ ਸੈਡੀਮੈਂਟ ਹੋਣ ਦਾ। ਠੀਕ ਹੈ। ਦੂਸਰਾ ਕੁਛ ਹੁੰਦਾ ਹੈ ਕਿ ਕੁਝ ਲੋਕਾਂ ਨੂੰ ਇਨਹੈਰੈਂਟ ਹੀ ਸਟੋਨ ਬਣਨ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ। ਉਹਦੇ ਵਿੱਚ ਉਹ ਲੋਕ ਹੁੰਦੇ ਨੇ ਜਿਨ੍ਹਾਂ ਦਾ ਵਜ਼ਨ ਬਹੁਤ ਜ਼ਿਆਦਾ ਹੈ, ਮੋਟਾਪਾ ਬਹੁਤ ਹੀ ਇੱਕ ਉੱਭਰ ਕੇ ਆਇਆ ਰਿਸਕ ਫੈਕਟਰ ਜਿਹੜਾ ਸਟੋਨ ਬਣਨ ਲਈ, ਜਾਂ ਸੈਡੈਂਟਰੀ ਲਾਈਫ ਸਟਾਈਲ, ਜੋ ਲੋਕ ਰੈਗੂਲਰ ਐਕਸਰਸਾਈਜ਼ ਨਹੀਂ ਕਰਦੇ, ਹਰ ਵੇਲੇ ਇੱਕ ਸੈਡੈਂਟਰੀ ਲਾਈਫ ਸਟਾਈਲ ਜੀਂਦੇ ਨੇ, ਉਹਨਾਂ ਨੂੰ ਇਹਦਾ ਰਿਸਕ ਜ਼ਿਆਦਾ ਹੁੰਦਾ। ਕੁਝ ਲੋਕ ਜਿਹੜੇ ਸਾਲਟ ਵਾਲੇ, ਜਿੱਦਾਂ ਆਪਣੇ ਪੰਜਾਬੀਆਂ ਦੀ ਜਿਹੜੀ ਡਾਈਟ ਹੈ ਉਹ ਕਾਫੀ ਕਰਾਰੀ ਤੇ ਜੀ ਇਹਦੇ 'ਚ ਮਸਾਲਾ ਜਾਂ ਨਮਕ ਤੁਸੀਂ ਐਡ ਕਰੋ, ਸੋ ਇਹੋ ਜਿਹੀ ਜਿਹੜੀ ਡਾਈਟ ਹੈ ਇਹ ਹਾਈ ਸਾਲਟ ਡਾਈਟ ਹੈ, ਉਹ ਵੀ ਇੱਕ ਰਿਸਕ ਫੈਕਟਰ ਹੈਗੀ ਹੈ ਸਟੋਨ ਦੇ ਬਣਨ ਲਈ। ਫਿਰ ਇਹ ਦੇਖਿਆ ਗਿਆ ਕਿ ਕੁਝ ਖਾਸ ਤਰ੍ਹਾਂ ਦੇ ਫੂਡ ਪ੍ਰੋਡਕਟਸ, ਫॉर ਐਗਜ਼ਾਮਪਲ ਯੂਰਿਕ ਐਸਿਡ ਕੰਟੇਨਿੰਗ ਜਿਹੜੇ ਫਰੂਟਸ ਨੇ, ਜਾਂ ਆਕਜ਼ਲੇਟ ਕੰਟੇਨਿੰਗ ਫੂਡ ਨੇ, ਜਿਨ੍ਹਾਂ ਦੇ ਵਿੱਚ ਮੇਨਲੀ ਜਿੱਦਾਂ ਕੈਬੇਜ ਹੋ ਗਿਆ, ਸਪਿਨਚ ਹੋ ਗਿਆ, ਪੱਤਾ ਗੋਭੀ ਹੋ ਗਈ ਤੇ ਪਾਲਕ ਹੋ ਗਈ, ਜਾਂ ਕੁਝ ਚਾਕਲੇਟ ਕੰਟੇਨਿੰਗ ਫੂਡ ਜਾਂ ਨਟਸ, ਜਿੱਦਾਂ ਆਪਾਂ ਪੰਜਾਬੀਆਂ ਦਾ ਹੁੰਦਾ ਕਿ ਦੁੱਧ ਦੇ ਨਾਲ ਜੀ 5-6 ਬਦਾਮ ਤੇ ਕਾਜੂ, ਗਿਰੀਆਂ, ਇਹ ਸਭ ਲੈਣਾ ਆ। ਹਾਂ, ਤਾਂ ਇਹ ਜਿਹੜੇ ਚੀਜ਼ਾਂ ਹੈਗੀਆਂ ਇਹ ਆਕਜ਼ਲੇਟ ਕੰਟੇਨਿੰਗ ਫੂਡਸ ਹਨ ਤੇ ਇਹ ਤੁਹਾਡੇ ਟੈਂਡੈਂਸੀ ਰਿਸਕ ਇਨਕਰੀਜ਼ ਕਰ ਸਕਦੀਆਂ ਨੇ ਤੁਹਾਨੂੰ ਸਟੋਨ ਬਣਨ ਲਈ। ਠੀਕ ਹੈ। ਜਿਹੜੇ ਜਿਮ ਵਾਲੇ ਹੁੰਦੇ ਨੇ ਫਿਰ ਉਹ ਤਾਂ ਇਸ ਚੀਜ਼ ਦਾ ਇਨਟੇਕ ਬਹੁਤ ਜ਼ਿਆਦਾ ਲੈਂਦੇ ਨੇ, ਜਿਵੇਂ ਤੁਸੀਂ ਦੱਸਿਆ ਵੀ ਦੁੱਧ ਹੋ ਗਿਆ ਤੇ ਨਾਲ ਬਦਾਮ ਵਗੈਰਾ ਹੋ ਗਿਆ, ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਤਾਂ ਪਰ ਕਦੇ ਬਹੁਤ ਘੱਟ ਚਾਂਸਸ ਹੁੰਦੇ ਨੇ, ਉੱਥੇ ਫਿਰ ਕਿਉਂ ਕਿਹੜੀ ਚੀਜ਼ ਪਿੱਛੇ ਰੱਖ ਲੈਂਦੇ ਉਹਨਾਂ ਨੂੰ? ਉਹਨਾਂ ਦਾ ਇਸ ਤਰ੍ਹਾਂ ਹੈ ਕਿ ਜਿਹੜੇ ਜਿਮ ਗੋਰ ਹੁੰਦੇ ਨੇ ਉਹਨਾਂ ਨੂੰ ਜਾਂ ਐਕਸਰਸਾਈਜ਼ ਜਿਹੜੇ ਹੈ ਜਾਂ ਕੁਝ ਸਪਲੀਮੈਂਟ ਲੈਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਹੋ ਜਿਹੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਚਾਂਸਸ ਡੈਫੀਨਿਟਲੀ ਨਾਰਮਲ ਨਾਲੋਂ ਜ਼ਿਆਦਾ ਹੁੰਦੇ ਨੇ। ਅਦਰ ਥਿੰਗ, ਉਹ ਐਕਸਰਸਾਈਜ਼ ਕਰਦੇ ਨੇ ਲੌਂਗ ਟਰਮ ਤੇ ਡੀਹਾਈਡਰੇਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਇਸੇ ਲਈ ਉਹਨਾਂ ਦੇ ਜਿਹੜੇ ਟ੍ਰੇਨਰਸ ਹੁੰਦੇ ਨੇ ਉਹਨਾਂ ਨੂੰ ਆਲ ਦਾ ਟਾਈਮ ਹਾਈਡਰੇਸ਼ਨ ਲਈ ਫਲੂਇਡ ਜਾਂ ਲਿਕੁਇਡਸ ਤੁਸੀਂ ਦੇਖਿਆ ਹੋਣਾ ਉਹ ਦਿੰਦੇ ਰਹਿੰਦੇ ਨੇ, ਤਾਂ ਕਿ ਤੁਹਾਡੀ ਯੂਰਿਨ ਦੀ ਇੱਕ ਫਲੋ ਜਿਹੜਾ ਹੈ ਉਹ ਬਣਿਆ ਰਹੇ। ਦੂਸਰੀ ਗੱਲ, ਜਦੋਂ ਐਕਸਰਸਾਈਜ਼ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਬਾਡੀ weight ਹੈਗਾ ਉਹ ਇੱਕ ਡਿਜ਼ਾਇਰਡ ਜਿਹੜਾ ਬਾਡੀ ਮਾਸ ਇੰਡੈਕਸ ਰੇਂਜ ਦੇ ਵਿੱਚ ਰਹਿੰਦਾ ਹੈ, ਤਾਂ ਦੇ ਡੂ ਨਾਟ ਹੈਵ ਅ ਸੈਡੈਂਟਰੀ ਲਾਈਫ ਸਟਾਈਲ ਨਹੀਂ ਹੈ ਉਹਨਾਂ ਦਾ ਇੱਕ ਤਰ੍ਹਾਂ ਦਾ। ਸੋ ਇਹ ਜਿਹੜੀ ਚੀਜ਼ ਹੈ ਥੋੜਾ ਜਿਹਾ ਤੁਹਾਡਾ ਰਿਸਕ ਜਿਹੜਾ ਆ ਉਹਨੂੰ ਬੈਲੈਂਸ ਕਰ ਲੈਂਦੀ ਹੈ। ਰਾਈਟ। ਅੱਛਾ, ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ, ਕਿਉਂਕਿ ਬਹੁਤ ਜ਼ਿਆਦਾ ਉਹ ਹੋ ਗਿਆ ਘਰ ਦੇ ਵਿੱਚ ਲੋਕ ਬੈਠੇ ਨੇ ਤੇ ਜ਼ਿਆਦਾਤਰ ਲੋਕ ਨਾ ਹੁਣ ਵੈਦਾਂ ਦੇ ਜਾਂ ਉਹਨਾਂ ਦੇ ਹੱਥੇ ਚੜ ਜਾਂਦੇ ਨੇ, ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਟ੍ਰਾਂਸਪਲਾਂਟ ਕਰਾਉਣ ਦੀ ਲੋੜ ਹੀ ਨਹੀਂ ਜੀ, ਤੁਸੀਂ ਸਾਡੇ ਕੋਲ ਆਓ, ਸਾਡੀ ਆਹ ਦਵਾਈ ਲਓ, ਆਹ ਫੱਕੀ ਲੈ ਲਓ, ਆਹ ਭਸਮ ਲੈ ਲਓ, ਆਹ ਇਹ ਖਾਓ ਉਹ ਖਾਓ, ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ। ਉਹ ਭਸਮਾਂ ਦਾ, ਉਹ ਫੱਕੀਆਂ ਦਾ ਕੋਈ ਅਸਲ ਦੇ ਵਿੱਚ ਫਰਕ ਪੈਂਦਾ ਕਿ ਬਾਅਦ ਦੇ ਵਿੱਚ ਹੱਲ ਇਹੀ ਹੁੰਦਾ ਵੀ ਟ੍ਰਾਂਸਪਲਾਂਟ ਕਰਾਉਣੀ ਉਹ ਪੈਂਦੀ ਹੈ?
ਨਹੀਂ ਗੁਰਪ੍ਰੀਤ ਜੀ, ਦੇਖੋ ਇਹਨਾਂ ਦੇ ਇਹੋ ਜਿਹੀਆਂ ਟਰੀਟਮੈਂਟਸ ਜਿਹੜੀਆਂ ਨੇ ਆਲਟਰਨੇਟਿਵ ਟਰੀਟਮੈਂਟਸ ਜਾਂ ਆਲਟਰਨੇਟਿਵ ਮੈਡੀਕੇਸ਼ਨਸ, ਇਹਨਾਂ ਦਾ ਕੋਈ ਵੀ ਸਾਇੰਟੀਫਿਕ ਬੇਸਿਸ ਸੋ ਫਾਰ ਨਹੀਂ ਹੈ। ਠੀਕ ਹੈ। ਇਨਫੈਕਟ ਇਹ ਵੀ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਉਹ ਡਿਟੀਰੀਓਰੇਟਿਡ ਕਿਡਨੀ ਫੰਕਸ਼ਨ ਦੇ ਨਾਲ ਫਿਰ ਵਾਪਸ ਆਉਂਦੇ ਨੇ ਜਾਂ ਬਹੁਤ ਹੀ ਖਰਾਬ ਹਾਲਤ ਦੇ ਵਿੱਚ ਵਾਪਸ ਆਉਂਦੇ ਨੇ। ਮੈਨੂੰ ਪਰਸਨਲ ਲੈਵਲ ਤੇ ਇਹ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਮੈਡੀਕੇਸ਼ਨਸ ਹੁੰਦੀਆਂ ਨੇ, ਬਈ ਦੇਖੋ ਜਦੋਂ ਸਟੋਨ ਪੇਸ਼ੈਂਟ ਹੈ ਉਹ ਡਾਕਟਰ ਦੇ ਕੋਲ ਜਾਂ ਐਡਵਾਈਸ ਜਾਂ ਕੰਸਲਟੇਸ਼ਨ ਕਿਉਂ ਕਰਦਾ ਹੈ, ਬੇਸਿਕਲੀ ਉਹਨੂੰ ਸਿੰਪਟਮ ਜਿਹੜਾ ਮੋਸਟ ਕਾਮਨ ਸਿੰਪਟਮਸ ਹੈ ਉਹਨੂੰ ਪੇਨ ਹੁੰਦਾ ਹੈ, ਉਹ ਪੇਨ ਲਈ ਜਾਂਦਾ ਹੈ, ਪੇਨ ਲਈ ਉਹਦੇ ਟੈਸਟ ਹੁੰਦੇ ਨੇ ਪੇਸ਼ੈਂਟ ਦੇ, ਫਿਰ ਪਤਾ ਚੱਲਦਾ ਹੈ ਕਿ ਸਟੋਨ ਹੈ। ਜਿਹੜੀਆਂ ਇਹੋ ਜਿਹੀਆਂ ਮੈਡੀਕੇਸ਼ਨਸ ਹੈਗੀਆਂ ਨੇ ਆਲਟਰਨੇਟਿਵ ਮੈਡੀਕੇਸ਼ਨਸ, ਉਹਨਾਂ 'ਚ ਕੁਝ ਹੱਦ ਤੱਕ ਮੈਨੂੰ ਲੱਗਦਾ ਕਿ ਪੇਨ ਕਿਲਰਸ ਜਿਹੜੇ ਐਡਿਡ ਹੁੰਦੇ ਨੇ, ਜਿਹੜੇ ਕਿ ਤੁਹਾਡੇ ਪੇਨ ਨੂੰ ਟੈਂਪਰੇਰੀ ਕੁਝ ਸਮੇਂ ਲਈ ਠੀਕ ਕਰ ਦਿੰਦੇ ਨੇ ਤੇ ਉਸ ਦੇ ਬਾਅਦ ਤੁਸੀਂ ਵੀ ਭੁੱਲ ਜਾਂਦੇ ਹੋ, ਪੇਸ਼ੈਂਟ ਵੀ ਭੁੱਲ ਜਾਂਦਾ ਹੈ ਕਿ ਹੁਣ ਤਾਂ ਮੇਰਾ ਪੇਨ ਠੀਕ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਦਾ ਇੱਕ ਸਾਈਕਲ ਦੇ ਵਿੱਚ ਡੁੱਬਣ ਵਾਲੀ ਗੱਲ ਹੈ ਤੇ ਮੈਨੂੰ ਨਹੀਂ ਲੱਗਦਾ ਇਸ ਲੈਵਲ ਦੇ ਉੱਤੇ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਸਾਇੰਟੀਫਿਕ ਬੇਸਿਸ ਨਹੀਂ ਇਹਨਾਂ ਆਲਟਰਨੇਟਿਵ ਥੈਰੇਪੀਜ਼ ਦਾ। ਖਾਈਏ ਕੀ? ਕੁਝ ਐਸੀ ਚੀਜ਼ਾਂ ਜ਼ਰੂਰ ਦੱਸੋ ਵੀ ਆ ਸਟੋਨ ਜਿਹੜੇ ਨੇ ਇਹ ਬਣ ਨਹੀਂ ਨਾ, ਕਿਉਂਕਿ ਅਕਸਰ ਦੇਸੀ ਨੁਸਖੇ ਜ਼ਰੂਰ ਹੁੰਦੇ ਨੇ। ਕੋਈ ਫਰੂਟ, ਕੋਈ ਫਲ ਕੋਈ ਐਸਾ ਹੋਵੇ, ਕੋਈ ਸਬਜ਼ੀ ਐਸੀ ਹੋਵੇ ਵੀ ਆਹ ਸਬਜ਼ੀਆਂ ਵੱਧ ਖਾਓ, ਜਾਂ ਇੱਕ ਤੱਕ ਟਮਾਟਰ ਕਹਿੰਦੇ ਨੇ, ਟਮਾਟਰ ਦਾ ਵੀ ਬਹੁਤ ਉਹ ਰੋਲ ਹੁੰਦਾ ਹੈ, ਖਾਓ ਨਾ ਖਾਓ, ਖਾਣੇ ਚਾਹੀਦੇ ਨੇ ਨਹੀਂ ਖਾਣੇ ਚਾਹੀਦੇ, ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਿਸ ਤੋਂ ਇਹ ਸਟੋਨ ਬਣਨ ਤੋਂ ਹੀ ਪਹਿਲਾਂ ਰੁਕ ਜਾਣ ਜਾਂ ਟ੍ਰਾਂਸਪਲਾਂਟ ਤੱਕ ਦੀ ਨੌਬਤ ਹੀ ਨਾ ਆਵੇ। ਰਾਈਟ। ਸੋ ਇਹ ਵੀ ਬੜਾ ਅੱਛਾ ਕੁਐਸਚਨ ਹੈ ਗੁਰਪ੍ਰੀਤ ਜੀ। ਤੇ ਮੈਂ ਦਰਸ਼ਕਾਂ ਨੂੰ ਆਪਣੇ ਦੱਸਣਾ ਚਾਹਾਂਗਾ ਕਿ ਦੇਖੋ, ਅਗਰ ਤਾਂ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਸਟੋਨ ਦੀ ਹਿਸਟਰੀ ਹੈ, ਤੁਹਾਡੇ ਮਦਰ, ਫਾਦਰ, ਬ੍ਰਦਰ ਜਾਂ ਸਿਸਟਰ ਨੂੰ ਫੈਮਿਲੀ ਦੀ ਹਿਸਟਰੀ ਹੈ, ਜਾਂ ਤੁਹਾਨੂੰ ਖੁਦ ਨੂੰ ਹੀ ਸਟੋਨ ਪਹਿਲਾਂ ਹੋ ਚੁੱਕੇ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਦੁਬਾਰਾ ਪ੍ਰੀਵੈਂਟ ਨਾ ਹੋਣ, ਦੁਬਾਰਾ ਸਟੋਨ ਨਾ ਬਣਨ, ਉਹਨਾਂ ਨੂੰ ਪ੍ਰੀਵੈਂਟ ਕਰਨਾ ਚਾਹੁੰਦੇ ਹੋ, ਜਾਂ ਦੁਬਾਰਾ ਜਾਂ ਫਸਟ ਟਾਈਮ ਬਣਨ ਦੇ ਰਿਸਕ ਨੂੰ ਦੂਰ ਕਰਨਾ ਚਾਹੁੰਦੇ ਹੋ ਜੀ, ਤੇ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ। ਉਹਦੇ 'ਚ ਕੁਝ ਲਾਈਫ ਸਟਾਈਲ ਮੋਡੀਫਿਕੇਸ਼ਨਸ ਨੇ, ਕੁਝ ਡਾਈਟਰੀ ਮੋਡੀਫਿਕੇਸ਼ਨਸ ਨੇ। ਉਹਦੇ 'ਚ ਕੀ ਹੈ, ਨੰਬਰ 1 ਪ੍ਰੀਵੈਂਸ਼ਨ ਲਈ ਹੈ ਕਿ ਐਡਿਕੁਏਟ ਅਮਾਊਂਟ ਆਫ ਵਾਟਰ, ਜਿਹੜਾ ਪਾਣੀ ਵੱਧ ਤੋਂ ਵੱਧ ਲੈਣਾ। ਹੁਣ ਵੱਧ ਤੋਂ ਵੱਧ ਦਾ ਕੀ ਡੈਫੀਨੇਸ਼ਨ ਹੈ ਵੀ ਕਿੰਨਾ ਪਾਣੀ ਲਈਏ? ਕੋਈ ਲੋਕੀ ਸਾਨੂੰ ਆ ਕਹਿੰਦੇ ਡਾਕਟਰ ਸਾਹਿਬ ਮੈਂ ਤਾਂ 10 ਲੀਟਰ ਪਾਣੀ ਪੀਣਾ ਹੈ ਫਿਰ ਵੀ ਮੈਨੂੰ ਸਟੋਨ ਹੋ ਗਿਆ ਜਾਂ ਮੇਰੀ ਕਿਡਨੀ ਦਾ ਫੰਕਸ਼ਨ ਖਰਾਬ ਹੋ ਗਿਆ, ਤਾਂ ਦੈਟ ਇਜ਼ ਆਲਸੋ ਨਾਟ ਰਾਈਟ। ਠੀਕ ਹੈ। ਸੋ ਇਹ ਦੇਖਿਆ ਗਿਆ ਕਿ ਇੱਕ 60 ਤੋਂ 70 ਕਿਲੋ ਦੇ ਅਡਲਟ ਆਦਮੀ ਜਾਂ ਔਰਤ ਲਈ ਤਕਰੀਬਨ 3.5 ਤੋਂ 4 ਲੀਟਰ ਜਿਹੜਾ ਪਾਣੀ ਦੀ ਮਾਤਰਾ ਹੈ ਪਰ 24 ਆਵਰ 24 ਘੰਟੇ ਦੇ ਵਿੱਚ, ਉਹ ਥੋੜਾ ਐਡਿਕੁਏਟ ਮੰਨੀ ਗਈ ਹੈ। ਠੀਕ ਹੈ। ਪਰ ਇਸ ਦੇ ਨਾਲ ਕਲੌਜ਼ ਇਹ ਹੈ ਕਿ ਅਗਰ ਤੁਸੀਂ ਗਰਮੀਆਂ ਵਾਲੇ ਏਰੀਆ 'ਚ ਜਾ ਰਹੇ ਹੋ ਜਾਂ ਡੀਹਾਈਡਰੇਟ ਹੋ ਰਹੇ ਹੋ ਜਾਂ ਬਹੁਤ ਐਕਸਰਸਾਈਜ਼ ਯੂਜ਼ ਕੀਤੀ ਹੈ ਤਾਂ ਉਸ ਦਿਨ ਤੁਸੀਂ ਐਡ ਔਨ ਕਰ ਲਓ ਆਪਣਾ ਵਾਟਰ ਉਹਦੇ ਹਿਸਾਬ ਨਾਲ। ਦੂਸਰਾ ਇਹ ਚੀਜ਼ ਹੈ ਕਿ ਇਹਦੇ ਨਾਲ ਹੀ ਤੁਸੀਂ ਕੁਝ ਇਹੋ ਜਿਹੇ ਲਿਕੁਇਡ ਜਾਂ ਇਹੋ ਜਿਹੇ ਡਾਈਟ ਪ੍ਰੋਡਕਟਸ ਜਿਹੜੇ ਅਵੋਇਡ ਕਰਨੇ ਨੇ ਜਿਹੜੇ ਤੁਹਾਨੂੰ ਡੀਹਾਈਡਰੇਟ ਕਰਦੇ ਨੇ। ਫੋਰ ਐਗਜ਼ਾਮਪਲ ਕਾਮਨੈਸਟ ਸਾਡੀ ਡਾਈਟ ਦੇ ਵਿੱਚ ਉਹ ਲਿਕੁਇਡ ਹੈ ਚਾਹ ਜਾਂ ਕਾਫੀ। ਇਹਦੇ ਵਿੱਚ ਕੈਫੀਨ ਹੈ ਜਿਹੜੀ ਕਿ ਇੱਕ ਡਾਇਊਰੈਟਿਕ ਦੀ ਤਰ੍ਹਾਂ ਕੰਮ ਕਰਦੀ ਹੈ, ਤੁਹਾਡੀ ਯੂਰਿਨ ਦੀ ਪ੍ਰੋਡਕਸ਼ਨ ਤਾਂ ਵਧਾ ਦਿੰਦੀ ਹੈ ਥੋੜੀ ਦੇਰ ਲਈ, ਬਟ ਐਟ ਦ ਐਂਡ ਤੁਹਾਨੂੰ ਡੀਹਾਈਡਰੇਟ ਛੱਡ ਦਿੰਦੀ ਹੈ। ਸੈਕੰਡ ਚੀਜ਼ ਜਿਹੜੀ ਸਾਡੇ ਨਾਰਥ ਇੰਡੀਆ, ਪੰਜਾਬ ਸਪੈਸ਼ਲੀ ਇਜ਼ ਕਾਮਨ, ਉਹ ਹੈ ਐਲਕੋਹਲ। ਸੋ ਐਲਕੋਹਲ ਡਰਿੰਕਸ ਵੀ ਜਿਹੜੀਆਂ ਐਲਕੋਹਲਿਕ ਡਰਿੰਕਸ ਨੇ ਉਹ ਤੁਹਾਨੂੰ ਐਟ ਦਾ ਐਂਡ ਜਿਹੜਾ ਹੈ ਉਹ ਡੀਹਾਈਡਰੇਟਡ ਛੱਡਦੀਆਂ ਨੇ। ਹਾਲਾਂਕਿ ਤੁਸੀਂ ਉਹਨੂੰ ਪਾਣੀ ਜਾਂ ਅਦਰ ਐਡੀਟਿਵ ਡਾਇਲੂਐਂਟਸ ਦੇ ਨਾਲ ਮਿਕਸ ਕਰਕੇ ਲੈਂਦੇ ਹੋ, ਬਟ ਐਟ ਦਾ ਐਂਡ ਤੁਹਾਨੂੰ 4-5 ਘੰਟੇ ਬਾਅਦ ਯੋਰ ਬਾਡੀ ਸਿਵੀਅਰਲੀ ਡੀਹਾਈਡਰੇਟਡ। ਸੋ ਇਹ ਤੁਹਾਡੇ ਸਟੋਨ ਬਣਨ ਦੇ ਰਿਸਕ ਨੂੰ ਵਧਾ ਸਕਦੀਆਂ ਨੇ। ਸੋ ਅਗਰ ਤੁਸੀਂ ਕੰਜ਼ਿਊਮ ਕਰ ਰਹੇ ਹੋ ਕਿਸੇ ਸਪੈਸੀਫਿਕ ਡੇ ਦੇ ਉੱਤੇ ਤੇ ਤੁਸੀਂ ਉਸ ਦਿਨ ਆਪਣੇ ਵਾਟਰ ਇਨਟੇਕ ਨੂੰ ਇਨਕਰੀਜ਼ ਰੱਖੋ। ਠੀਕ ਹੈ। ਸੋ ਇਹ ਤਾਂ ਹੋ ਗਿਆ ਵਾਟਰ ਬਾਰੇ। ਦੂਸਰਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਲਟ ਦਾ ਇਨਟੇਕ ਜਿਹੜਾ ਆ ਉਹ ਜ਼ਿਆਦਾ ਹੋਣਾ ਵੀ ਇੱਕ ਰਿਸਕ ਫੈਕਟਰ ਹੈ, ਤਾਂ ਸਾਲਟ ਦਾ ਇਨਟੇਕ ਅਸੀਂ ਘਟਾਈਏ, ਇਹ ਸੈਕੰਡ ਮੇਨ ਪੁਆਇੰਟ ਹੈ। ਠੀਕ ਹੈ। ਥਰਡ ਪੁਆਇੰਟ ਇਜ਼ ਤੁਹਾਡਾ ਜਿਹੜਾ ਬਾਡੀ weight ਹੈ ਉਹ ਇੱਕ ਹੈਲਦੀ ਰੇਂਜ ਦੇ ਵਿੱਚ ਹੋਣਾ ਚਾਹੀਦਾ ਹੈ। ਆਨਲਾਈਨ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ, ਇੰਟਰਨੈਟ ਦੇ ਉੱਤੇ ਕਾਫੀ ਸਾਰੇ BMI ਕੈਲਕੂਲੇਟਰਸ ਨੇ, ਬਾਡੀ ਮਾਸ ਇੰਡੈਕਸ ਕੈਲਕੂਲੇਟਰਸ ਨੇ, ਜਿਹਦੇ ਵਿੱਚ ਤੁਸੀਂ ਆਪਣੀ ਹਾਈਟ ਐਂਡ weight ਜਿਹੜਾ ਹੈ ਉਹ ਤੁਸੀਂ ਐਂਟਰ ਕਰਦੇ ਹੋ ਤੇ ਇਹ ਤੁਹਾਨੂੰ ਇੱਕ BMI ਦੀ ਰੇਂਜ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਕਿੱਥੇ ਫਾਲ ਕਰ ਰਹੇ ਹੋ। ਜੇ ਉਹ ਤੁਹਾਡੀ 20-24 ਦੇ ਵਿੱਚ ਹੈ ਤਾਂ ਤੁਸੀਂ ਇੱਕ ਹੈਲਦੀ ਰੇਂਜ ਦੇ ਵਿੱਚ ਆਉਂਦੇ ਹੋ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਆਪਣੀ ਬਾਡੀ ਦਾ weight ਇੱਥੇ ਤੱਕ ਰਿਡਿਊਸ ਕਰਕੇ ਰੱਖੋ ਕਿ ਤੁਸੀਂ ਉਸ ਰੇਂਜ ਦੇ ਵਿੱਚ ਆਓ। ਸੋ ਇਹਨਾਂ ਕੁਝ ਚੀਜ਼ਾਂ ਦੇ ਨਾਲ ਤੁਸੀਂ ਇੱਕ ਤਾਂ ਰਿਸਕ ਆਪਣਾ ਜਿਹੜਾ ਹੈ ਸਟੋਨ ਦਾ ਉਹ ਘਟਾ ਸਕਦੇ ਹੋ, ਪ੍ਰੀਵੈਂਸ਼ਨ ਕਰ ਸਕਦੇ ਹੋ। ਫਿਰ ਆਪਾਂ ਗੱਲ ਕਰੀਏ ਡਾਈਟਰੀ ਪ੍ਰੋਡਕਟਸ ਬਾਰੇ, ਜਿੱਦਾਂ ਤੁਸੀਂ ਟਮਾਟਰਾਂ ਦੀ ਗੱਲ ਕੀਤੀ ਹੈ, ਟੋਮੈਟੋਜ਼ ਦੀ। ਸੋ ਉਹਦੇ 'ਚ ਇਹ ਹੈ ਕਿ ਦੇਖੋ ਸਾਡੀ ਜਿਹੜੀ ਡਾਈਟ ਹੈ, ਸਪੈਸ਼ਲੀ ਇੰਡੀਅਨ ਡਾਈਟ ਹੈ, ਉਹ ਬੜੀ ਮਿਕਸਡ ਡਾਈਟ ਹੈ। ਸੋ ਕੁਝ ਫੂਡ ਪ੍ਰੋਡਕਟਸ ਹੈਗੇ ਨੇ ਜਿਹੜੇ ਸਾਡੇ ਕੁਝ ਸਮੇਂ ਬਾਅਦ ਰੋਟੇਟ ਹੁੰਦੇ ਨੇ। ਜਿਸ ਤਰ੍ਹਾਂ ਘਰ ਦੇ ਵਿੱਚ ਅੱਜ ਬੈਂਗਣ ਬਣੇ ਤਾਂ 10-12-15 ਦਿਨ ਬਾਅਦ ਬਣ ਗਏ। ਟਮਾਟਰ ਹੈ ਤਾਂ ਚਲੋ ਠੀਕ ਹੈ, ਸਵੇਰੇ ਸਲਾਦ, ਦੁਪਹਿਰ ਨੂੰ ਜਾਂ ਸ਼ਾਮ ਨੂੰ ਥੋੜ੍ਹਾ ਬਹੁਤ ਸਲਾਦ ਦੇ ਨਾਲ ਜਾਂਦਾ। ਦਾਲ ਸਬਜ਼ੀ ਮਿਕਸ ਹੁੰਦੀ ਹੈ, ਨੌਨ ਵੈਜ ਮਿਕਸ ਹੁੰਦਾ, ਐਗਸ ਮਿਕਸ ਹੁੰਦੇ ਨੇ। ਸੋ ਇਹ ਬੜੀ ਮਿਕਸ ਜੀ ਡਾਈਟ ਹੈਗੀ ਹੈ। ਸਾਡੀ ਡਾਈਟ ਇਸ ਤਰ੍ਹਾਂ ਦੀ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਅਸੀਂ 24/7 ਅਗਲੇ 6 ਮਹੀਨੇ ਤੱਕ ਟਮਾਟਰ ਚੱਲ ਰਹੇ ਨੇ ਜਾਂ ਅਮਰੂਦ ਚੱਲ ਰਹੇ ਨੇ। ਸੋ ਇਹਨਾਂ ਨੂੰ ਇਹ ਜਿਹੜਾ ਸਾਡੀ ਡਾਈਟਰੀ ਹੈਬਿਟ ਹੈ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਚੇਂਜਸ ਕਰਨ ਦੀ ਜ਼ਰੂਰਤ ਨਹੀਂ ਹੈ।
ਇਸ ਫੈਕਟਰ ਨੂੰ ਸੇਫਲੀ ਇਗਨੋਰ ਕੀਤਾ ਜਾ ਸਕਦਾ ਅੰਟਿਲ ਅਲਨੈਸ ਤੁਸੀਂ ਕਿਸੇ ਚੀਜ਼ ਨੂੰ ਲੋੜ ਤੋਂ ਬਹੁਤ ਜ਼ਿਆਦਾ ਨਹੀਂ ਕਰ ਲੈਂਦੇ ਜਾਂ ਬਹੁਤ ਜ਼ਿਆਦਾ ਘਟਾ ਨਹੀਂ ਲੈਂਦੇ। ਫੋਰ ਐਗਜ਼ਾਮਪਲ ਤੁਸੀਂ ਅੱਜ ਸੋਚੋ ਕਿ ਮੈਂ ਅਗਲੇ 6 ਮਹੀਨੇ ਤੱਕ ਟਮਾਟਰ ਨਹੀਂ ਖਾਵਾਂਗਾ, ਤਾਂ ਇਸ ਤਰ੍ਹਾਂ ਵੀ ਨਹੀਂ ਕਰਨਾ। ਕਿਉਂ? ਕਿਉਂਕਿ ਹਰ ਫੂਡ ਪ੍ਰੋਡਕਟ ਦੇ ਦੀ ਕੁਝ ਨਿਊਟ੍ਰੀਸ਼ਨ ਵੈਲਿਊ ਹੈ ਜਿਹਦੀ ਕਿ ਸਾਡੀ ਬਾਡੀ ਨੂੰ ਜ਼ਰੂਰਤ ਹੈ। ਸੋ ਅਸੀਂ ਉਸ ਚੀਜ਼ ਦੀ ਜਿਹੜੀ ਮਾਤਰਾ ਜਿਹੜੀ ਲੈਣੀ ਹੈ ਉਸ ਹਿਸਾਬ ਨਾਲ ਹੀ ਲੈਂਦੇ ਆ ਤੇ ਉਹਨੂੰ ਮਿਕਸ ਡਾਈਟ ਨੂੰ ਰੱਖੋ। ਕੋਈ ਚੀਜ਼ ਵਧਾਣੀ ਨਹੀਂ, ਕੋਈ ਚੀਜ਼ ਇੱਕਦਮ ਸ਼ਟ ਡਾਊਨ ਕਰਕੇ ਬੰਦ ਨਹੀਂ ਕਰ ਦੇਣੀ। ਫਿਰ ਕੁਝ ਪ੍ਰੋਡਕਟਸ ਹੈਗੇ ਨੇ ਜਿਹੜੇ ਕਿ ਤੁਹਾਡੇ ਬਲੱਡ ਸ਼ੂਗਰਸ ਨੂੰ ਉੱਪਰ ਥੱਲੇ ਕਰ ਸਕਦੇ ਨੇ। ਫੋਰ ਐਗਜ਼ਾਮਪਲ ਡੇਂਜਰਸਲੀ ਉੱਪਰ ਥੱਲੇ ਕਰ ਸਕਦੇ ਨੇ, ਜਿੱਦਾਂ ਐਕਸੈਸਿਵ ਤੁਸੀਂ ਹਦਵਾਣੇ ਖਾ ਲੈਂਦੇ ਹੋ ਜਾਂ ਡੇਟਸ ਖਾ ਲੈਂਦੇ ਹੋ, ਇਹ ਜਿਹੜੇ ਜਾਂ ਮੈਂਗੋ ਲੈਂਦੇ ਹੋ, ਇਹ ਜਿਹੜੇ ਇਹੋ ਜਿਹੇ ਫਰੂਟਸ ਨੇ ਜਿਹੜੇ ਇਮੀਡੀਏਟਲੀ ਤੁਹਾਡੇ ਬਲੱਡ ਸ਼ੂਗਰਸ ਨੂੰ ਹਾਈ ਅਪ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਨੀਚੇ ਲਿਆਉਂਦੇ ਨੇ। ਸੋ ਇਹਨਾਂ ਨੂੰ ਅਗਰ ਤੁਸੀਂ ਫਰੂਟਸ ਨੂੰ ਲੈਂਦੇ ਹੋ ਤਾਂ ਕੁਝ ਹੋਰ ਦੂਸਰੇ ਫਰੂਟਸ ਦੇ ਨਾਲ ਮਿਕਸ ਕਰਕੇ ਲਓ ਤਾਂ ਕਿ ਤੁਹਾਡਾ ਬਲੱਡ ਸ਼ੂਗਰ ਵੀ ਜਿਹੜਾ ਹੈ ਕੰਟਰੋਲ ਰਵੇ। ਯਾਨੀ ਇਕੱਲੇ ਇਹ ਨਹੀਂ ਹੈਗੇ ਵੀ ਜਿਹੜੀਆਂ ਡੇਟਸ ਹੋ ਗਈਆਂ, ਖਜੂਰ ਹੋ ਗਏ ਜਾਂ ਹੋਰ ਜਿਵੇਂ ਆਪਾਂ ਅੰਬ ਖਾ ਲੈਂਦੇ ਆ ਵੀ ਉਹ ਇਕੱਲੇ ਅੰਬ ਨਹੀਂ ਖਾਓ, ਕੋਈ ਨਾਲ ਫਰੂਟ ਹੋਰ ਜਿਹੜਾ ਇੱਕ ਅੱਧਾ ਮਿਕਸ ਕਰਕੇ ਫਿਰ ਉਹ ਚੀਜ਼ ਨੂੰ ਲੈਣਾ ਚਾਹੀਦਾ। ਰਾਈਟ। ਅੱਛਾ, ਮੈਨੂੰ ਡਾਕਟਰ ਸਾਹਿਬ ਇੱਕ ਇਹ ਜ਼ਰੂਰ ਦੱਸੋ, ਜਿਵੇਂ ਆਪਾਂ ਪਾਣੀ ਦੀ ਗੱਲ ਕੀਤੀ ਸੀ ਵੀ ਇੱਕ ਨਾਰਮਲ ਜਿਹੜਾ ਐਵਰੇਜ ਹੁੰਦਾ 60 ਤੋਂ 70 ਕਿਲੋ ਵਾਲਾ ਬੰਦਾ 3 ਤੋਂ 4 ਲੀਟਰ ਪਾਣੀ ਨੂੰ ਪੀਣਾ ਚਾਹੀਦਾ ਦਿਨ ਦੇ ਵਿੱਚ। ਜ਼ਿਆਦਾ ਪੀਣਾ ਐਡਿਕੁਏਟ, ਤੁਸੀਂ ਕਹਿੰਦਾ ਵੀ ਇੰਨਾ ਕੁ ਤਾਂ ਪੀਣਾ ਚਾਹੀਦਾ ਹੈ 3 ਤੋਂ 4 ਲੀਟਰ, ਜ਼ਿਆਦਾ ਪੀਣਾ ਵੀ ਖਰਾਬ ਕਰਦਾ ਹੈ? ਬਿਲਕੁਲ ਮਲ ਸਾਹਿਬ, ਜ਼ਿਆਦਾ ਪੀਣ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਜ਼ਿਆਦਾ ਲੌਂਗ ਟਰਮ ਲਈ ਪੀਂਦੇ ਹੋ, ਫੋਰ ਐਗਜ਼ਾਮਪਲ ਇੱਕ ਆਦਮੀ ਹੈ ਜੋ ਮੰਨ ਲਓ 10 ਲੀਟਰ ਡੇਲੀ ਪਾਣੀ ਪੀ ਰਿਹਾ ਲਗਾਤਾਰ 6 ਮਹੀਨੇ ਤੱਕ, ਤਾਂ ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਸਾਡੀਆਂ ਕਿਡਨੀਆਂ ਨੇ ਉਹ ਨੇਚਰ ਨੇ, ਗੋਡ ਨੇ ਇਸ ਤਰ੍ਹਾਂ ਬਣਾਈਆਂ ਨੇ ਕਿ ਉਹਨਾਂ ਦੇ ਵਿੱਚ ਫਿਲਟਰੇਸ਼ਨ ਇੱਕ ਬੈਰੀਅਰ ਹੈ ਜਿਹੜਾ ਕਿ ਉਹਨਾਂ ਨੂੰ ਫਿਲਟਰ ਕਰਦਾ ਹੈ ਲੋੜੀਂਦੀਆਂ ਚੀਜ਼ਾਂ ਨੂੰ, ਤੇ ਜਿਹੜੀਆਂ ਚੀਜ਼ਾਂ ਬਾਹਰ ਕੱਢਣ ਵਾਲੀਆਂ ਉਹਨਾਂ ਨੂੰ ਕੱਢਦਾ ਹੈ। ਤੇ ਇਹ ਦੇਖਿਆ ਗਿਆ ਕਿ ਜਦੋਂ ਤੁਸੀਂ ਐਕਸੈਸਿਵ ਇਨਟੇਕ ਕਰਦੇ ਹੋ ਇਹਦੀ ਲਿਕੁਇਡਸ ਦੀ, ਪਾਣੀ ਦੀ, ਤਾਂ ਉਹਦੇ ਨਾਲ ਉਹ ਜਿਹੜਾ ਬੈਰੀਅਰ ਹੈ ਉਹ ਡੈਮੇਜ ਹੁੰਦਾ ਹੈ। ਕਿਡਨੀ ਦੀ ਜਿਹੜੀ ਫਿਲਟਰੇਸ਼ਨ ਕੈਪੈਸਿਟੀ ਹੈ ਉਹ ਘਟ ਜਾਂਦੀ ਹੈ। ਵਰਕਲੋਡ ਵੱਧ ਗਿਆ। ਹਾਂਜੀ, ਵਰਕਲੋਡ ਜ਼ਿਆਦਾ ਹੋ ਗਿਆ ਬਟ ਉਹਦੀ ਫਿਲਟਰੇਸ਼ਨ ਜਿਹੜੀ ਹੈ ਉਹ ਘਟ ਜਾਂਦੀ ਹੈ। ਦੈਟ ਕੈਨ ਆਲਸੋ ਬੀ ਡੇਂਜਰਸ ਅਗਰ ਤੁਸੀਂ ਬਹੁਤ ਜ਼ਿਆਦਾ ਪਾਣੀ ਦੀ ਮਾਤਰਾ ਲੈ ਰਹੇ ਹੋ ਲੰਬੇ ਸਮੇਂ ਤੱਕ। ਅੱਛਾ, ਇਸ ਤੋਂ ਬਾਅਦ ਹੁਣ ਜੇ ਆਪਾਂ ਟਰਾਂਸਪਲਾਂਟ ਤੇ ਆ ਜਾਈਏ, ਹੁਣ ਟਰਾਂਸਪਲਾਂਟ ਹੋਣਾ ਕਿਸੇ ਪੇਸ਼ੈਂਟ ਦਾ ਤੇ ਇੱਕ ਡੋਨਰ ਬੈਠਾ ਆ, ਇਹ ਚੀਜ਼ ਵੀ ਹੁੰਦੀ ਆ ਵੀ ਮੰਨ ਲਓ ਹੁਣ ਡੋਨਰ ਨੇ ਜਿਹੜਾ ਟਰਾਂਸਪਲਾਂਟ ਕਰਾਉਣਾ ਆ, ਹੁਣ ਕਿਤੇ 2 ਚੱਕੇ ਇੱਕ ਇੰਜਨ ਨੂੰ ਖਿੱਚ ਰਹੇ ਨੇ ਟ੍ਰੇਨ ਨੂੰ, ਇੱਕ ਚੱਕਾ ਪੈਂਚਰ ਹੋ ਗਿਆ ਤਾਂ ਇੱਕ ਚੱਕੇ ਤੇ ਜਿਹੜਾ ਆ ਉਹ ਜ਼ੋਰ ਵੱਧ ਲੱਗਣ ਲੱਗ ਜਾਣਾ। ਵੈਸੇ ਤਾਂ ਕਹਿੰਦੇ ਇੱਕ ਦੇ ਨਾਲ ਵੀ ਜਿਹੜਾ ਬੰਦਾ ਜੀ ਸਕਦਾ ਆ, ਪਰ ਕੀ ਫਰਕ ਪੈਂਦਾ ਕੀ ਅਸਲ ਦੇ ਵਿੱਚ? ਮੰਨ ਲਓ ਡੋਨਰ, ਕਿਉਂਕਿ ਬਹੁਤ ਡਰਦੇ ਨੇ ਅੱਜ ਕੱਲ੍ਹ, ਤਾਂ ਇਦਾਂ ਵੀ ਹੁੰਦਾ ਕਿ ਪਰਿਵਾਰ ਦੇ ਵਿੱਚ ਜੇ ਰਿਸ਼ਤੇਦਾਰ ਵੀ ਹੁਣ ਸਗੇ ਤਾਂ ਉਹ ਵੀ ਡਰ ਜਾਂਦੇ ਨੇ ਵੀ ਮੈਂ ਕਿਉਂ ਦੇਵਾਂ, ਮੇਰੀ ਤਾਂ ਇੱਕ ਕਿਡਨੀ ਰਹਿ ਜੂ, ਮੈਂ ਤਾਂ ਮਰ ਜੂੰਗਾ, ਮੇਰਾ ਤਾਂ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜੇ, ਡਰਨ ਲੱਗ ਜਾਂਦੇ ਨੇ। ਕਿੰਨੀ ਕੁ ਡਰਨ ਵਾਲੀ ਗੱਲ ਹੈ ਡੋਨਰ ਵਾਸਤੇ ਤੇ ਅਸਲ ਦੇ ਵਿੱਚ ਹੁੰਦਾ ਕੀ ਹੈ? ਇਹ ਗੁਰਪ੍ਰੀਤ ਜੀ ਤੁਸੀਂ ਬੜੀ ਵਧੀਆ ਐਗਜ਼ਾਮਪਲ ਦਿੱਤੀ ਜਿਹੜੀ ਤੁਸੀਂ ਗੱਡੀ ਦੇ 2 ਚੱਕਿਆਂ ਵਾਲੀ ਦਿੱਤੀ ਹੈ, ਪਰ ਮੈਂ ਇੱਥੇ ਥੋੜ੍ਹਾ ਜਿਹਾ ਆਪੋਜ਼ਿਟ ਇਹ ਕਹਿਣਾ ਚਾਹੁੰਦਾ ਕਿ ਇੱਥੇ ਹੀ ਸਾਡਾ ਮਸ਼ੀਨਰੀ ਤੇ ਬਾਡੀ ਦਾ ਡਿਫਰੈਂਸ ਹੈ। ਸੋ ਅਸੀਂ ਜੋ ਗੱਲ ਦੇਖੀ ਹੈ ਜਾਂ ਅਸੀਂ ਪੜ੍ਹਦੇ ਹਾਂ ਜਾਂ ਅਸੀਂ ਪੇਸ਼ੈਂਟਸ ਨੂੰ ਵੀ ਦੱਸਦੇ ਹਾਂ ਕਿ ਰੱਬ ਨੇ 2 ਕਿਡਨੀਆਂ ਦਿੱਤੀਆਂ ਇਸ ਵਾਸਤੇ ਹੈ। ਸੋ ਹੁੰਦਾ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਜਾਂ ਤੁਸੀਂ ਸੁਣਿਆ ਵੀ ਹੋਣਾ ਹੈ ਕਿਤੇ ਆਪਣੇ ਅਰਾਊਂਡ ਕਿ ਕੁਝ ਲੋਕ ਇੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਜਨਮਜਾਤ ਹੀ ਇੱਕ ਗੁਰਦਾ ਹੀ ਹੁੰਦਾ ਹੈ, ਇੱਕ ਹੀ ਕਿਡਨੀ ਹੁੰਦੀ ਹੈ, ਜਾਂ ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਇੱਕ ਕਿਡਨੀ ਡੈਮੇਜ ਹੋ ਗਈ, ਖਤਮ ਹੋ ਗਈ, ਜਾਂ ਉਹ 'ਚ ਟਿਊਮਰ ਹੋ ਗਿਆ ਸੀ ਤਾਂ ਉਹਨੂੰ ਕੱਢਣਾ ਪੈ ਗਿਆ। ਸੋ ਜਿਹੜੇ ਇੱਕ ਹੀ ਕਿਡਨੀ ਜਿਹੜੀ ਹੈ ਇਹ ਦੇਖਿਆ ਗਿਆ ਹੈ ਕਿ ਨੇਚਰ ਜਾਂ ਤੁਹਾਡੀ ਬਾਡੀ ਹੈ ਉਸ ਗੁਰਦੇ ਦੇ ਸਾਈਜ਼ ਨੂੰ ਵਧਾ ਲੈਂਦੀ ਹੈ ਤਾਂ ਕਿ ਉਹ ਬਾਕੀ ਦੇ ਬਾਡੀ ਦੇ ਵਰਕਲੋਡ ਨੂੰ ਕੰਪਨਸੇਟ ਕਰ ਸਕੇ। ਉਹਨੂੰ ਅਸੀਂ ਬੋਲਦੇ ਕੰਪਨਸੇਟਰੀ ਹਾਈਪਰਟ੍ਰੋਫੀ ਹੋ ਜਾਣਾ ਕਿਡਨੀ ਦੀ। ਸੋ ਡੋਨਰਸ ਨੂੰ ਅਪੀਲ ਮੇਰੀ ਇਹ ਹੈ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਅਗਰ ਤੁਸੀਂ ਕਿਡਨੀ ਡੋਨੇਸ਼ਨ ਬਾਰੇ ਸੋਚ ਰਹੇ ਹੋ ਆਪਣੇ ਕਿਸੇ ਰਿਸ਼ਤੇਦਾਰ ਲਈ ਜਾਂ ਆਪਣੀ ਫੈਮਿਲੀ ਦੇ ਵਿੱਚ, ਤਾਂ ਇਹਦੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੀ ਜਿਹੜੀ ਦੂਸਰੀ ਕਿਡਨੀ ਹੈ ਉਹ ਬਾਡੀ ਦੇ ਕਿਡਨੀ ਵਾਲੇ ਫੰਕਸ਼ਨਸ ਨੂੰ ਬੜਾ ਈਜ਼ੀਲੀ ਕੰਪਨਸੇਟ ਕਰ ਲੈਂਦੀ ਹੈ ਕੁਛ ਹੀ ਹਫ਼ਤਿਆਂ ਜਾਂ ਮਹੀਨਿਆਂ ਦੇ ਵਿੱਚ। ਤੇ ਇੱਕ ਕਿਡਨੀ ਡੋਨੇਟ ਕਰਨ ਨਾਲ ਤੁਹਾਡੀ ਬਾਡੀ ਦੇ ਵਿੱਚ ਕੋਈ ਵਿਕਾਰ ਨਹੀਂ ਆਉਂਦਾ, ਤੁਹਾਡੀ ਕੰਮ ਕਰਨ ਦੀ ਸਮਰੱਥਾ ਨਹੀਂ ਘਟਦੀ, ਤੁਹਾਨੂੰ ਕੋਈ ਇਹੋ ਜਿਹਾ ਵੀਕਨੈਸ ਨਹੀਂ ਆਉਂਦਾ ਕਿ ਤੁਸੀਂ ਕੁਝ ਪਾਰਟਿਕੂਲਰ ਟਾਈਪ ਦੇ ਜਿਹੜੇ ਕੰਮ ਆ ਉਹ ਨਹੀਂ ਕਰ ਸਕਦੇ ਜਾਂ ਤੁਹਾਨੂੰ ਕੋਈ ਬਿਮਾਰੀਆਂ ਹੋਣ ਦੇ ਰਿਸਕ ਵੱਧ ਜਾਣ। ਇਹੋ ਜਿਹਾ ਬਹੁਤ ਹੀ ਲੌਂਗ ਟਰਮ ਸਟੱਡੀਜ਼ ਦੇ ਵਿੱਚ ਬਹੁਤ ਹੀ ਹਜ਼ਾਰਾਂ ਲੱਖਾਂ ਪੇਸ਼ੈਂਟਾਂ ਦੇ ਡੇਟਾ ਤੋਂ ਇਹ ਪ੍ਰੂਵ ਹੋ ਚੁੱਕਾ ਹੈ ਕਿ ਇਟ ਇਜ਼ ਸੇਫ ਟੂ ਡੋਨੇਟ ਅ ਕਿਡਨੀ। ਦੂਸਰੀ ਚੀਜ਼ ਇਹ ਹੈ ਕਿ ਜਦੋਂ ਵੀ ਤੁਸੀਂ ਕਿਡਨੀ ਡੋਨੇਸ਼ਨ ਬਾਰੇ ਸੋਚ ਰਹੇ ਹੁੰਦੇ ਹੋ ਤੇ ਤੁਹਾਡੇ ਜਿਹੜੇ ਡਾਕਟਰ ਨੇ, ਤੁਹਾਡੇ ਯੂਰੋਲੋਜਿਸਟ ਨੇ, ਨੈਫਰੋਲੋਜਿਸਟ ਨੇ, ਉਹ ਤੁਹਾਨੂੰ ਦੇਖ ਕੇ ਹੀ ਡਿਸਾਈਡ ਕਰਦੇ ਨੇ ਕਿ ਤੁਸੀਂ ਕਿਡਨੀ ਡੋਨੇਸ਼ਨ ਲਈ ਫਿਟ ਹੋ ਜਾਂ ਨਹੀਂ ਹੋ। ਅਗਰ ਤੁਸੀਂ ਕਿਡਨੀ ਡੋਨੇਸ਼ਨ ਲਈ ਕਿਸੇ ਵੀ ਇੱਕ ਲੈਵਲ ਦੇ ਉੱਤੇ ਦੇयर ਆਰ ਕਲੀਅਰ ਕੱਟ ਗਾਈਡਲਾਈਨਸ, ਅਗਰ ਉਹਨਾਂ ਗਾਈਡਲਾਈਨਸ ਦੇ ਵਿੱਚ ਤੁਸੀਂ ਫਿਟ ਨਹੀਂ ਹੁੰਦੇ ਹੋ ਤਾਂ ਅਸੀਂ ਖੁਦ ਹੀ ਰਿਫਿਊਜ਼ ਕਰ ਦਿੰਦੇ ਕਿ ਤੁਸੀਂ ਕਿਡਨੀ ਜਿਹੜੀ ਉਹ ਡੋਨੇਟ ਨਹੀਂ ਕਰੋ। ਤੋ ਇਸ ਲਈ ਇਵੈਲੂਏਸ਼ਨ ਤੋਂ ਬਾਅਦ ਹੀ ਤੁਸੀਂ ਕਿਡਨੀ ਡੋਨੇਟ ਕਰਦੇ ਹੋ ਤੇ ਕਿਡਨੀ ਡੋਨੇਸ਼ਨ
ਅਗਰ ਸਕਸੈਸਫੁਲੀ ਮਤਲਬ ਤੁਸੀਂ ਕਿਡਨੀ ਡੋਨੇਸ਼ਨ ਲਈ ਫਿਟ ਹੋ ਤਾਂ ਡੋਨੇਟ ਕਰਨ ਤੋਂ ਬਾਅਦ ਤੁਹਾਨੂੰ ਹੈਲਥ ਹੈਜ਼ਰਡ ਨਹੀਂ ਹੁੰਦੇ। ਅੱਛਾ, ਹਰੇਕ ਕਿਡਨੀ ਕੀ ਮੰਨ ਲਓ ਇੱਕ ਡੋਨਰ ਬੈਠਾ ਤੇ ਇੱਕ ਪੇਸ਼ੈਂਟ ਹੈ, ਕਿ ਹਰੇਕ ਡੋਨਰ ਦੀ ਕਿਡਨੀ ਜਿਹੜੀ ਹੈ ਉਹ ਦੂਸਰੇ ਪੇਸ਼ੈਂਟ ਨਾਲ ਲੱਗ ਸਕਦੀ ਹੈ? ਇਹ ਵੀ ਹੁੰਦਾ ਕਿ ਇਹਦੇ ਵਿੱਚ ਵੀ ਫਰਕ ਹੁੰਦਾ? ਮੰਨ ਲਓ ਕਿ ਛੋਟੇ ਬੱਚੇ ਦੀ ਕਿਡਨੀ ਫੇਲ ਹੋ ਗਈ, ਉਸ ਨੂੰ ਟ੍ਰਾਂਸਪਲਾਂਟ ਦੀ ਲੋੜ ਹੈ, ਤੇ ਉਹਨੂੰ ਉਸ ਨੂੰ ਸਿਰਫ ਉਸ ਦੀ ਏਜ ਦੀ ਅਕੋਰਡਿੰਗਲੀ ਹੀ ਦੇਖਿਆ ਜਾਂਦਾ ਹੈ ਕਿਡਨੀ ਨੂੰ, ਕਿਉਂਕਿ ਔਰਗਨਸ ਟਾਈਮਲੀ ਵੱਧਦੇ ਨੇ, ਵਿਦ ਏਜ ਔਰਗਨਸ ਵੀ ਵੱਧਦੇ ਰਹਿੰਦੇ ਨੇ, ਉਹਨਾਂ ਦਾ ਵੀ ਏਜ ਘਟਦੀ ਰਹਿੰਦੀ ਹੈ। ਇਹਦੇ ਵਿੱਚ ਜ਼ਰੂਰ ਦੱਸਿਓ ਵੀ 10 ਸਾਲ ਦੀ ਬੱਚੀ ਦੀ ਮੰਨ ਲਓ ਜੇ ਕਿਡਨੀ ਟ੍ਰਾਂਸਪਲਾਂਟ ਹੋਣੀ ਹੈ ਤਾਂ ਉਸ ਨੂੰ ਕਿੰਨੇ ਸਾਲ ਦੇ ਬੱਚੇ ਦੀ ਜਾਂ ਕਿਡਨੀ ਦੀ ਲੋੜ ਪਊਗੀ? ਹਾਂ, ਇਹ 'ਚ ਗੁਰਪ੍ਰੀਤ ਜੀ ਇਸ ਤਰ੍ਹਾਂ ਹੈ, ਪਹਿਲਾਂ ਇਹਨੂੰ ਅਸੀਂ 2 ਪਾਰਟਸ ਦੇ ਵਿੱਚ ਮੈਂ ਕੁਐਸਚਨ ਦਾ ਤੁਹਾਡਾ ਆਨਸਰ ਕਰਦਾ। ਪਹਿਲੀ ਗੱਲ ਤਾਂ ਕਿ ਹਰ ਕੋਈ ਬੰਦਾ ਡੋਨੇਟ ਕਰ ਸਕਦਾ ਕਿਸੇ ਨੂੰ ਵੀ ਕਿਡਨੀ, ਤਾਂ ਇਸ ਤਰ੍ਹਾਂ ਨਹੀਂ ਹੈ। ਇਹਦੇ ਵਿੱਚ ਵੀ 2 ਪਾਰਟ ਨੇ, ਇੱਕ ਤਾਂ ਹੈ ਵਾਟ ਇਜ਼ ਲੀਗਲ ਔਰ ਦੂਸਰਾ ਹੈ ਹੈਲਥ ਵਾਈਜ਼ ਕੀ ਹੈ। ਤਾਂ ਇੰਡੀਆ ਦੇ ਵਿੱਚ ਦੇਖੋ ਲੀਗਲ ਸਿਰਫ ਇਹ ਹੈ ਕਿ ਸਿਰਫ ਰਿਲੇਟਡ ਪਰਸਨ ਹੀ, ਜਿਹੜਾ ਕਿ ਤੁਹਾਡੀ ਫੈਮਿਲੀ ਟਰੀ ਦੇ ਵਿੱਚ ਹੋਵੇ, ਉਹੀ ਕਿਡਨੀ ਤੁਹਾਨੂੰ ਡੋਨੇਟ ਕਰ ਸਕਦੇ ਨੇ। ਠੀਕ ਹੈ। ਪਹਿਲਾ ਇਸ਼ੂ ਤਾਂ ਇਹ ਹੈ। ਦੂਸਰਾ ਇਸ਼ੂ ਇਹ ਹੈ ਕਿ ਜਦੋਂ ਵੀ ਕਿਡਨੀ ਡੋਨੇਸ਼ਨ ਕਰਨੀ ਹੁੰਦੀ ਹੈ ਤਾਂ ਅਸੀਂ ਫੈਮਿਲੀ ਦੀ ਪੂਰੀ ਕਾਉਂਸਲਿੰਗ ਕਰਦੇ, ਉਹਨਾਂ ਨੂੰ ਮਿਲਦੇ ਹਾਂ। ਫਿਰ ਅਸੀਂ ਉਹਦੇ ਵਿੱਚੋਂ ਜਿਹੜੇ ਪੋਸੀਬਲ ਡੋਨਰਸ ਹੁੰਦੇ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ। ਅਗਰ ਉਹ ਐਗਰੀ ਨੇ ਤਾਂ ਫਿਰ ਡੋਨਰ ਤੇ ਰੈਸੀਪੀਐਂਟ ਦੋਨਾਂ ਦੀ ਮੈਚਿੰਗ ਲਈ ਕੁਝ ਟੈਸਟ ਕੀਤੇ ਜਾਂਦੇ ਨੇ। ਕਾਫੀ ਸਾਰੇ ਟੈਸਟ ਉਹਦੇ 'ਚ ਆਉਂਦੇ ਨੇ, ਜਿਹਦੇ ਵਿੱਚ ਅਸੀਂ ਬਲੱਡ ਗਰੁੱਪ ਮੈਚਿੰਗ ਕਰਨਾ ਹੁੰਦਾ, ਦੈਨ ਕ੍ਰਾਸ ਟਿਸ਼ੂ ਕ੍ਰਾਸ ਮੈਚਿੰਗ ਹੁੰਦੀ ਹੈ। ਕ੍ਰਾਸ ਮੈਚਿੰਗ ਕਾਫੀ ਸਾਰੇ ਟੈਸਟਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਸੋ ਉਸ ਮੈਚਿੰਗ ਤੋਂ ਬਾਅਦ ਹੀ ਅਸੀਂ ਸਿਲੈਕਟ ਕਰਦੇ ਹਾਂ ਕਿ ਇਹ ਡੋਨਰ ਜਿਹੜਾ ਹੈ ਜਾਂ ਇਹ ਰੈਸੀਪੀਐਂਟ ਹੈ ਉਹ ਫਿਟ ਹੈ ਇਸ ਡੋਨਰ ਤੋਂ ਕਿਡਨੀ ਲੈਣ ਲਈ। ਠੀਕ ਹੈ। ਸੋ ਇਹ ਕੁਝ ਟੈਸਟ ਹੈਗੇ ਨੇ। ਪਹਿਲਾ ਤਾਂ ਇਹ ਕੁਐਸਚਨ ਸੀਗਾ ਤੁਹਾਡਾ। ਦੂਸਰਾ ਇਹ ਸੀਗਾ ਕਿ ਏਜ ਦਾ ਕੀ ਡਿਫਰੈਂਸ ਹੈ। ਏਜ ਦੇ ਵਿੱਚ ਇਹ ਹੈ ਕਿ ਜੇ ਕੋਈ ਬੱਚਾ ਹੈ ਜਿਸ ਨੂੰ ਕਿਡਨੀ ਦੀ ਜ਼ਰੂਰਤ ਹੈ ਤਾਂ ਉਹਨੂੰ ਸੇਫਲੀ ਇੱਕ ਅਡਲਟ ਦੀ ਕਿਡਨੀ ਲਗਾਈ ਜਾ ਸਕਦੀ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ। ਬਟ ਇਹਦਾ ਅਦਰ ਵੇ ਅਰਾਊਂਡ ਥੋੜ੍ਹਾ ਜਿਹਾ ਡਿਫੀਕਲਟੀ ਹੋ ਸਕਦੀ ਹੈ ਕਿ ਕਈ ਵਾਰ ਦੇਖੋ ਜੋ ਲਿਵਿੰਗ ਬੰਦੇ, ਜੋ ਜ਼ਿੰਦਾ ਆਦਮੀ ਜਦੋਂ ਆਪਣੀ ਕਿਡਨੀ ਡੋਨੇਟ ਕਰਦਾ ਹੈ ਤਾਂ ਉਹਦੀ ਇੱਕ ਏਜ ਲਿਮਿਟ ਹੈ ਜਿਹੜੀ ਲੀਗਲ ਐਂਡ ਹੈਲਥ ਵਾਈਜ਼ ਸੈੱਟ ਕੀਤੀ ਗਈ ਹੈ। ਉਹ ਇਹ 18 ਸਾਲ ਤੋਂ ਬਾਅਦ ਦੀ ਏਜ ਦਾ ਬੰਦਾ ਹੀ ਆਪਣੀ ਕਿਡਨੀ ਜਿਹੜੀ ਡੋਨੇਟ ਕਰ ਸਕਦਾ ਹੈ। ਅਪਰ ਏਜ ਲਿਮਿਟ ਇਜ਼ ਡਿਫਰੈਂਟ, ਬਟ 18 ਸਾਲ ਦਾ ਜਿਹੜਾ ਬੰਦਾ ਹੀ ਕਿਡਨੀ ਹਾਂਜੀ ਮਿਨੀਮਮ ਕਰ ਸਕਦਾ ਹੈ। ਠੀਕ ਹੈ। ਬਟ ਕਈ ਵਾਰ ਕੁਝ ਜਗ੍ਹਾ ਦੇ ਉੱਤੇ, ਕਾਫੀ ਜਗ੍ਹਾ 'ਤੇ ਇੰਡੀਆ ਦੇ ਵਿੱਚ ਜਿਹੜੇ ਨੇ ਉਹ ਕੈਡਾਵਰਿਕ ਜਾਂ ਡਿਸੀਜ਼ ਡੋਨਰ, ਜਿਨ੍ਹਾਂ ਦੇ ਅਗਰ ਕੋਈ ਡੈਥ ਹੋ ਜਾਂਦੀ ਹੈ ਕਿਸੇ ਵਜ੍ਹਾ ਨਾਲ, ਉਹ ਆਰਗਨ ਆਪਣੇ ਡੋਨੇਟ ਕਰ ਸਕਦੇ। ਅਗਰ ਉਹਦੇ ਵਿੱਚ ਕਿਸੇ ਬੱਚੇ ਦੀਆਂ ਕਿਡਨੀਜ਼ ਅਵੇਲੇਬਲ ਹੁੰਦੀਆਂ ਨੇ ਜੋ ਸਮਾਲ ਸਾਈਜ਼, ਛੋਟਾ ਟਿਸ਼ੂ ਹੈ, ਸਾਈਜ਼ ਛੋਟਾ ਹੈ, ਉਹ ਕਿਸੇ ਅਡਲਟ ਨੂੰ ਲਗਾਉਣਾ ਜਿਹੜਾ ਹੈ ਉਹ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਅਡਲਟ ਦਾ ਬੱਚੇ ਦੇ ਲੱਗ ਸਕਦਾ। ਹਾਂਜੀ, ਤਾਂ ਉਸ ਕੇਸ ਦੇ ਵਿੱਚ ਕੀ ਕਰਦੇ ਹਾਂ, ਦੇਰ ਇਜ਼ ਅ ਸਰਜਰੀ ਜਿਹਨੂੰ ਅਸੀਂ ਕਹਿੰਦੇ ਹਾਂ ਡੂਅਲ ਕਿਡਨੀ ਟ੍ਰਾਂਸਪਲਾਂਟ। ਤਾਂ ਬੱਚਿਆਂ ਦੇ ਵਿੱਚ ਅਸੀਂ ਦੋਨੋਂ ਕਿਡਨੀਆਂ ਹੀ ਇੱਕ ਅਡਲਟ ਨੂੰ ਜਿਹੜੀਆਂ ਲਗਾਈਆਂ ਜਾ ਸਕਦੀਆਂ ਨੇ। ਓਕੇ, ਠੀਕ ਹੈ। ਅੱਛਾ, ਇੱਕ ਚੀਜ਼ ਜ਼ਰੂਰ ਦੱਸੋ ਵੀ, ਕਿਉਂਕਿ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਡਰਦੇ ਨੇ, ਇਹ ਕਿੰਨਾ ਕੁ ਜ਼ਿਆਦਾ ਸੇਫ ਹੈ? ਆਖਰੀ ਸਵਾਲ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਇੱਕ ਬੈਠਿਆ ਹੋਇਆ ਹੈ ਵੀ ਮੈਂ ਇਹ ਚੀਜ਼ ਤੋਂ ਭੱਜਦਾ ਹਾਂ। ਸਰਜਰੀ ਤੋਂ ਵੈਸੇ ਹੀ ਲੋਕ ਬੜਾ ਭੱਜਦੇ ਨੇ, ਅਤੇ ਉੱਤੋਂ ਟ੍ਰਾਂਸਪਲਾਂਟ ਜੇ ਹੋਵੇ, ਕੋਈ ਔਰਗਨ ਟ੍ਰਾਂਸਪਲਾਂਟ ਕਰਨਾ ਹੋਵੇ, ਉਹ ਤੋਂ ਬਹੁਤ ਲੋਕ ਭੱਜਦੇ ਨੇ। ਡਰਨ ਦੀ ਲੋੜ ਹੈ ਅਸਲ ਦੇ ਵਿੱਚ ਕਿ ਨਹੀਂ? ਦੇਖੋ ਗੁਰਪ੍ਰੀਤ ਜੀ, ਇਹ ਤੋਂ ਬਿਲਕੁਲ ਵੀ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ, ਤੁਹਾਡੇ ਦਰਸ਼ਕਾਂ ਨੂੰ, ਕਿ ਇਹਦੇ ਤੋਂ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਉਹਦਾ ਕੀ ਰੀਜ਼ਨ ਹੈ? ਦੇਖੋ, ਦੋਨਾਂ ਬਾਰੇ ਅਸੀਂ ਗੱਲ ਕਰਦੇ ਹਾਂ, ਇੱਕ ਡੋਨਰ ਹੈ, ਇੱਕ ਰੈਸੀਪੀਐਂਟ ਹੈ। ਸੋ ਅੱਜ ਕੱਲ੍ਹ ਜਿਹੜੀਆਂ ਦੋਨੋਂ ਟਾਈਪ ਦੀਆਂ ਸਰਜਰੀਜ਼ ਨੇ, ਜਿਹਦੇ ਵਿੱਚ ਕਿਡਨੀ ਨੂੰ ਕੱਢਣਾ ਅਤੇ ਪਲੱਸ ਕਿਡਨੀ ਨੂੰ ਟ੍ਰਾਂਸਪਲਾਂਟ ਕਰਨਾ ਰੈਸੀਪੀਐਂਟ ਦੇ ਵਿੱਚ, ਇਹ ਬਹੁਤ ਹੀ ਟੈਕਨੋਲੋਜੀਕਲੀ ਬੈਟਰ ਐਂਡ ਸੇਫ ਹੋ ਗਈਆਂ ਨੇ। ਉਹਦਾ ਰੀਜ਼ਨ ਹੋ ਗਿਆ ਕਿ ਸਾਡੇ ਕੋਲ ਇਹ ਬੈਟਰ ਮੋਨੀਟਰਿੰਗ ਇਕੁਇਪਮੈਂਟਸ ਹੈ, ਬੈਟਰ ਐਨਸਥੀਸੀਆ ਜਿਹੜੀਆਂ ਐਡਵਾਂਸਮੈਂਟਸ ਨੇ ਸਾਡੇ ਕੋਲ। ਅਤੇ ਡੋਨਰ ਦੇ ਵਿੱਚ ਤਾਂ ਜਿਹੜੀਆਂ ਅੱਜ ਕੱਲ੍ਹ ਅਸੀਂ ਮੋਰ ਦੈਨ 90% ਜਿਹੜੀਆਂ ਕਿਡਨੀ ਰਿਮੂਵਲਸ ਹੈ ਉਹ ਅਸੀਂ ਲੈਪਰੋਸਕੋਪਿਕਲੀ ਕਰਦੇ ਹਾਂ, ਦੂਰਬੀਨ ਦੇ ਜ਼ਰੀਏ ਕਰਦੇ ਹਾਂ। ਅਤੇ ਡੋਨਰ ਤਾਂ ਯੂਜਲੀ ਅਸੀਂ 2nd to 3rd ਡੇ ਜਿਹੜੇ ਹੈ ਉਹ ਈਜ਼ੀਲੀ ਡਿਸਚਾਰਜ ਹੋ ਜਾਂਦੇ ਨੇ ਹਸਪੀਟਲ ਤੋਂ, ਐਂਡ ਦੇ ਕੈਨ ਰੀਜੁਆਇਨ ਦੇਅਰ ਰੂਟੀਨ ਐਕਟੀਵਿਟੀਜ਼। ਅਤੇ ਇਸੇ ਪ੍ਰਕਾਰ ਜਿਹੜੇ ਰੈਸੀਪੀਐਂਟ ਹੈ ਉਹ ਵੀ ਜਿਹੜੀ ਸਰਜਰੀ ਉਹ ਅੱਜ ਕੱਲ੍ਹ ਬਹੁਤ ਹੱਦ ਤੱਕ ਸੇਫ ਹੋ ਗਈ ਹੈ, ਬਿਕੋਜ਼ ਅਸੀਂ ਆਪਰੇਸ਼ਨ ਤੱਕ ਜਾਣ ਤੋਂ ਪਹਿਲਾਂ ਸੇਫਟੀ ਨੂੰ, ਪ੍ਰੀਕਾਸ਼ਨ ਨੂੰ ਮੁੱਖ ਰੱਖਦੇ ਹੋਏ ਅਸੀਂ ਇੰਨੇ ਸਾਰੇ ਟੈਸਟ ਕਰ ਚੁੱਕੇ ਹੁੰਦੇ ਆ ਕਿ ਸਾਨੂੰ ਮਿੰਟ ਟੂ ਮਿੰਟ ਜਿਹੜੀ ਹੈ ਦਾ ਪਤਾ ਹੁੰਦਾ ਹੈ ਕਿ ਆਪਰੇਸ਼ਨ ਦੇ ਦੌਰਾਨ ਕੀ ਹੋ ਸਕਦਾ ਹੈ। ਹਾਲਾਂਕਿ ਸਰਪ੍ਰਾਈਜ਼ਸ ਤਾਂ ਚਲੋ ਕਿਤੇ ਵੀ ਹੋ ਸਕਦੇ ਨੇ, ਬਟ ਓਵਰਆਲ ਇਹ ਜਿਹੜੀਆਂ ਦੋਨੋਂ ਸਰਜਰੀਜ਼ ਨੇ ਇਹ ਬਹੁਤ ਹੀ ਸੇਫ ਹੋ ਚੁੱਕੀਆਂ ਨੇ। ਸੋ ਅਸੀਂ ਪਿਛਲੇ ਕੋਈ 4-4.5 ਸਾਲ ਤੋਂ ਟ੍ਰਾਂਸਪਲਾਂਟ ਪ੍ਰੋਗਰਾਮ ਚਲਾ ਰਹੇ ਹਾਂ, ਐਂਡ ਵਿਦ ਦ ਹੈਲਪ ਆਫ ਆਵਰ ਐਕਸਪੀਰੀਅੰਸ ਨੈਫਰੋਲੋਜਿਸਟ ਨੇ, ਡਾਕਟਰ ਤਿਵਾਰੀ ਨੇ, ਡਾਕਟਰ ਰਾਜੀਵ ਭਾਟੀਆ ਸਾਹਿਬ, ਡਾਕਟਰ ਮਰਵਾਜ ਸਾਹਿਬ ਨੇ, ਐਂਡ ਸਾਡੀ ਟੀਮ ਜਿਹੜੀ ਹੈ ਉਹ ਉਹਨਾਂ ਨੇ ਕਾਫੀ ਅੱਛੇ ਰਿਜ਼ਲਟਸ ਜਿਹੜੇ ਟੱਚਵੁੱਡ ਦਿੱਤੇ ਨੇ ਇਹਦੇ ਵਿੱਚ। ਅੱਛਾ, ਜਿਹੜਾ ਇੱਕ ਜਾਂਦੇ ਦੇ ਆਖਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਕਿਡਨੀ ਦੇਤੀ, ਲੱਗ ਵੀ ਗਈ ਪੇਸ਼ੈਂਟ ਦੇ,
ਤਾਂ ਉਹ ਕਿੰਨੇ ਕੁ ਟਾਈਮ ਤੱਕ ਚੱਲਦੀ, ਕਿਉਂਕਿ ਮੈਂ ਕਾਫੀ ਇੰਟਰਵਿਊਜ਼ ਐਸੀ ਕੀਤੇ ਨੇ ਕਿ ਜਿਨ੍ਹਾਂ ਨੇ ਫੈਮਿਲੀ ਦੇ ਵਿੱਚ ਹੀ ਇੱਕ ਮਾਂ ਨੇ ਆਪਣੇ ਬੱਚੇ ਨੂੰ ਡੋਨੇਟ ਕੀਤੀ ਕਿਡਨੀ, ਤੇ ਉਸ ਤੋਂ ਬਾਅਦ ਬੱਚੇ ਦੀ ਵੀ ਕਿਡਨੀ ਜਿਹੜੀ ਸੀ ਉਹ ਕੁਝ ਸਮੇਂ ਬਾਅਦ ਖਰਾਬ ਹੋ ਗਈ ਤੇ ਮਾਂ ਦੀ ਵੀ ਖਰਾਬ ਹੋ ਗਈ। ਫਿਰ ਉਸ ਕੇਸ ਦੇ ਵਿੱਚ ਕਿਤੇ ਮਤਲਬ ਕਿ ਕਿੰਨੇ ਕੁ ਟਾਈਮ ਤੱਕ ਜਿਹੜੀ ਕਿਡਨੀ ਟ੍ਰਾਂਸਪਲਾਂਟ ਕੀਤੀ ਹੁੰਦੀ ਹੈ, ਦਿੱਤੀ ਹੁੰਦੀ ਹੈ ਡੋਨਰ ਨੇ, ਉਹ ਕਿੰਨਾ ਟਾਈਮ ਤੱਕ ਚੱਲ ਜਾਂਦੀ ਹੈ? ਇਹ ਇੱਕ ਅਗੇਨ ਬੜਾ ਕਾਮਨ ਕੁਐਸਚਨ ਹੈਗਾ ਜਿਹੜੇ ਟ੍ਰਾਂਸਪਲਾਂਟ ਰਿਸੀਪੀਐਂਟ ਤੇ ਡੋਨਰ ਦੀ ਫੈਮਿਲੀ ਸਾਡੇ ਕੋਲ ਪੁੱਛਦੀ ਹੈ। ਤਾਂ ਇਹਦੇ ਵਿੱਚ ਇਸ ਤਰ੍ਹਾਂ ਹੈ, ਜੋ ਲਿਟਰੇਚਰ ਵਾਈਜ਼ ਅਸੀਂ ਦੇਖੀਏ ਜਾਂ ਪ੍ਰੀਵੀਅਸ ਡੇਟਾ ਹੈ, ਜੋ ਸਾਡਾ ਐਕਸਪੀਰੀਅੰਸ ਸਾਡੇ ਤੋਂ ਵੀ ਟੀਚਰਸ ਦਾ ਜਾਂ ਪਹਿਲਾਂ ਤੋਂ ਐਕਸਪੀਰੀਅੰਸ ਰਿਹਾ ਹੈ, ਉਹਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਕਿਡਨੀਜ਼ ਜਿਹੜੀਆਂ ਨੇ ਉਹ 90 to 95% ਸਕਸੈਸ ਰੇਟ ਜੇ ਤੁਸੀਂ ਬੋਲੋ ਤਾਂ ਇੰਨੀ ਜਿਹੜੀਆਂ ਕਿਡਨੀਆਂ ਨੇ ਉਹ ਲੰਬੇ ਸਮੇਂ ਲਈ ਚੱਲਦੀਆਂ, ਲੌਂਗ ਟਰਮ ਦਾ ਮਤਲਬ ਇਹ ਹੈ ਕਿ ਆਰਾਮ ਨਾਲ 10 15 16 ਸਾਲ ਤੱਕ ਚੱਲਦੀਆਂ ਨੇ। ਈਵਨ ਅਸੀਂ ਇਸ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਵੀ ਕਿਡਨੀਆਂ ਚੱਲਦੀਆਂ ਦੇਖੀਆਂ ਨੇ, ਬਟ ਜਿਹੜਾ ਮੋਟਾ ਡੇਟਾ ਹੈ ਉਹ ਇੱਥੇ ਇੱਕ ਸਪੋਰਟ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ 15 16 ਸਾਲ ਤੋਂ ਬਾਅਦ ਕਿਡਨੀ ਇੱਕਦਮ ਬੰਦ ਹੋ ਜਾਏਗੀ। ਹੁੰਦਾ ਕੀ ਹੈ, ਹੌਲੀ ਹੌਲੀ ਹੋ ਸਕਦਾ ਹੈ ਕਿ ਕਿਡਨੀ ਦਾ ਕੰਮ ਘਟਣਾ ਸ਼ੁਰੂ ਹੋਵੇ, ਉੱਥੇ ਦੁਬਾਰਾ ਫਿਰ ਟ੍ਰਾਂਸਪਲਾਂਟ ਤੁਹਾਡੇ ਕੋਲ ਫਿਰ ਆਪਸ਼ਨਸ ਹੁੰਦੀਆਂ ਨੇ। ਤੁਸੀਂ ਆਪਣੇ ਨੈਫਰੋਲੋਜਿਸਟ ਦੇ ਨਾਲ ਕੰਟੀਨਿਊਸ ਕੰਸਲਟੇਸ਼ਨ ਦੇ ਵਿੱਚ ਰਹਿੰਦੇ ਹੋ ਐਂਡ ਯੂ ਹੈਵ ਆਲਵੇਜ਼ ਦਾ ਆਪਸ਼ਨ ਆਫ ਸੈਕੰਡ ਔਰ ਥਰਡ ਟ੍ਰਾਂਸਪਲਾਂਟ ਆਲਸੋ। ਅਸੀਂ ਸੈਕੰਡ ਜਾਂ ਥਰਡ ਟ੍ਰਾਂਸਪਲਾਂਟਸ ਵੀ ਕੀਤੇ ਨੇ ਕੁਝ ਪੇਸ਼ੈਂਟਸ ਲਈ। ਇਹ ਸੇਫ ਨੇ? ਹਾਂਜੀ ਬਿਲਕੁਲ ਸੇਫ ਨੇ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਾ ਬਹੁਤ ਧੰਨਵਾਦ। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ। ਸੋ ਉਮੀਦ ਕਰਦਾ ਦੋਸਤੋ ਤੁਹਾਨੂੰ ਜਿਹੜੀ ਗੱਲਬਾਤ ਆ ਚੰਗੀ ਲੱਗੀ ਹੋਊਗੀ, ਕਿਤੇ ਕੁਝ ਜਾਣਕਾਰੀ ਜ਼ਰੂਰ ਸਿੱਖਣ ਨੂੰ ਮਿਲੀ ਹੋਊਗੀ, ਕਿਉਂਕਿ ਟ੍ਰਾਂਸਪਲਾਂਟ ਬਦਲਣਾ, ਔਰਗਨ ਬਦਲਣਾ ਤੇ ਗੁਰਦੇ ਫੇਲ ਹੋ ਗਏ ਤੇ ਗੁਰਦੇ ਨੂੰ ਜਦ ਬਦਲਣ ਦੀ ਗੱਲ ਆ ਜਾਂਦੀ ਨਾ ਤਾਂ ਹਰ ਇੱਕ ਬੰਦਾ ਪਰਿਵਾਰ ਦੇ ਵਿੱਚ ਡਰ ਜਾਂਦਾ। ਇੱਕ ਵਾਰ ਤਾਂ ਡਰ ਦਾ ਮਾਹੌਲ ਬਣ ਜਾਂਦਾ ਵੀ ਪਤਾ ਨਹੀਂ ਹੁਣ ਕਿਸ ਤਰੀਕੇ ਦੇ ਨਾਲ ਡੋਨੇਟ ਕੀਤੀ ਜਾਊਗੀ, ਸਹੀ ਤਰੀਕੇ ਨਾਲ ਲੱਗੂਗੀ ਕਿ ਨਹੀਂ। ਇਹ ਸਾਰੀ ਚੀਜ਼ਾਂ ਨੂੰ ਬੜੇ ਸਵਾਲ ਹੁੰਦੇ ਨੇ ਤੇ ਖਾਰੇ ਨੂੰ ਲੈ ਕੇ ਜਿਹੜੇ ਸਵਾਲ ਮਨਾਂ ਦੇ ਵਿੱਚ ਚੱਲਦੇ ਆ ਰਹੇ ਸੀ ਪਹਿਲਾਂ ਤੋਂ ਹੀ, ਕਿਉਂਕਿ ਮੇਰੇ ਮਨ ਦੇ ਵਿੱਚ ਇਹ ਬੜੇ ਸਵਾਲ ਸੀਗੇ ਵੀ ਕਹਿੰਦੇ ਪੱਥਰੀ ਹੋ ਗਈ ਗੁਰਦਿਆਂ ਦੇ ਵਿੱਚ ਤੇ ਕਹਿੰਦੇ ਖਾਰਾ ਪੀਣਾ ਸ਼ੁਰੂ ਕਰ ਦਿਓ। ਉਹ ਖਾਰਾ ਕਿੰਨਾ ਕੁ ਫਰਕ ਪਾਉਂਦਾ ਤੁਸੀਂ ਡਾਕਟਰ ਸਾਹਿਬ ਤੋਂ ਆਪ ਸੁਣ ਲਿਆ ਤੇ ਮੈਂ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਊਗੀ। ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।